ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਿਤਾਬ ਪੜ੍ਹ ਰਹੇ ਹਾਂ ਦ ਸੌਫਟ ਟਾਰਗੇਟ ਜੀ, ਜਿਹੜੀ ਆਪਾਂ ਪਹਿਲਾ ਭਾਗ ਪਿਛਲੇ ਪ੍ਰੋਗਰਾਮ ਦੇ ਵਿੱਚ ਪੜ੍ਹਿਆ ਹੈਗਾ। ਅੱਜ ਉਸ ਕਿਤਾਬ ਦਾ ਜਿਹੜਾ ਆ ਵੀ ਦੂਜਾ ਭਾਗ ਪ੍ਰੋਗਰਾਮ ਆਪਾਂ ਉਹਦੇ 'ਤੇ ਕਰ ਰਹੇ ਹਾਂ। ਇਹ ਕਿਤਾਬ ਜਿਹੜੀ ਆ ਵੀ ਜਿਵੇਂ ਆਪਾਂ ਪਿਛਲੀ ਵਾਰੀ ਤੁਹਾਨੂੰ ਜਾਣਕਾਰੀ ਦਿੱਤੀ ਸੀ ਵੀ ਜਿਹੜਾ ਕਨਿਸ਼ਕਾ ਕਾਂਡ ਹੋਇਆ ਹੈਗਾ 1985-86 ਦੇ ਵਿੱਚ, ਜਿਹਦੇ ਵਿੱਚ ਕੈਨੇਡਾ ਤੋਂ ਦਿੱਲੀ ਆਉਂਦਾ ਹੋਇਆ ਜਹਾਜ਼ ਇੱਕ ਜਿਹੜਾ ਆ ਵੀ ਉਹ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਉਹਦੇ ਵਿੱਚ ਬਹੁਤੇ ਜਿਹੜੇ ਮਰੇ ਮੈਜੋਰਟੀ ਜਿਹੜੀ ਉਹ ਸਿੱਖਾਂ ਦੀ ਸੀ ਜੀ। ਅਤੇ ਭਾਰਤ ਸਰਕਾਰ ਵੱਲੋਂ, ਭਾਰਤੀ ਮੀਡੀਆ ਵੱਲੋਂ ਸਿੱਖਾਂ ਦੇ ਉੱਤੇ ਹੀ ਇਹ ਇਲਜ਼ਾਮ ਲਾਇਆ ਗਿਆ ਵੀ ਜੀ ਉਹਨਾਂ ਨੇ ਉਡਾਇਆ ਆ। ਅਤੇ ਇਹ 3-4 ਸਾਲ ਬਾਅਦ ਜਿਹੜੀ ਕਿਤਾਬ ਛਪੀ 1999 ਦੇ ਵਿੱਚ ਵੀ ਸੌਫਟ ਟਾਰਗੇਟ, ਇਹਦੇ ਵਿੱਚ ਫਿਰ ਉਹ ਜਿਹੜੇ ਸਾਰੇ ਸੀਗੇ ਭੇਦ ਖੋਲ੍ਹੇ ਗਏ ਵੀ ਕਿਵੇਂ ਜਿਹੜੀਆਂ ਭਾਰਤੀ ਏਜੰਸੀਆਂ ਆ ਉਹਨਾਂ ਨੇ ਜਿਹੜੀ ਸਿੱਖ ਕਮਿਊਨਿਟੀ ਦੇ ਅੰਦਰ ਘੁਸਪੈਠ ਕਰਕੇ ਅਤੇ ਜਿਹੜੀਆਂ ਕੈਨੇਡਾ ਦੀਆਂ ਏਜੰਸੀਆਂ ਸੀ ਉਹਨਾਂ ਦੇ ਅੰਦਰ ਘੁਸਪੈਠ ਕਰਕੇ ਅਤੇ ਕਿਵੇਂ ਵੀ ਇਹ ਜਿਹੜਾ ਕਾਰਾ ਸੀਗਾ ਵੀ ਇਹ ਘਿਨਾਉਣੀ ਹਰਕਤ ਜਿਹੜੀ ਆ ਵੀ ਜਿਹਦੇ ਵਿੱਚ ਇੱਕ ਜਹਾਜ਼ ਉਡਾ ਦਿੱਤਾ ਗਿਆ ਅਤੇ 300 ਤੋਂ ਉੱਪਰ ਬੰਦੇ ਮਾਰ ਦਿੱਤੇ ਗਏ ਜੀ, ਵੀ ਇਹ ਜਿਹੜਾ ਆ ਵੀ ਇਹ ਅੰਜਾਮ ਦਿੱਤਾ ਸੀ ਕੰਮ। ਅਤੇ ਉਹ ਇਸ ਕਰਕੇ ਹੁਣ ਅਸੀਂ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਵੀ ਇੱਕ ਤਾਂ ਕਿਤਾਬ ਜਿਹੜੀ ਆ ਵੀ ਇੰਡੀਆ 'ਚ ਉਸੇ ਵੇਲੇ ਹੀ ਬੈਨ ਕਰ ਦਿੱਤੀ ਗਈ। ਅਤੇ ਦੂਜਾ ਇਹ ਵੀ ਹੌਲੀ ਹੌਲੀ ਕਰਕੇ ਇਹ ਕਿਤੇ ਸਰਕੂਲੇਸ਼ਨ 'ਚੋਂ ਦੂਰ ਹੋ ਗਈ। ਦੂਜਾ ਇਹ ਆ ਵੀ ਆਊਟ ਆਫ ਪ੍ਰਿੰਟ ਵੀ ਹੋਈ ਪਈ ਆ ਅਤੇ ਕਾਪੀ ਜਿਹੜੀ ਆ ਉਹ ਕਿਤੇ ਟਾਵੀਂ ਜਿਹੜੀ ਆ ਵੀ ਉਹ ਔਨਲਾਈਨ ਮਿਲਦੀ ਆ। ਅਤੇ ਇਹਨੂੰ ਪੜ੍ਹਨਾ ਜ਼ਰੂਰੀ ਤਾਂ ਕਰਕੇ ਆ ਵੀ ਜਦੋਂ ਆਪਾਂ ਕਹਿ ਦਈਦਾ ਵੀ ਇਹ ਏਜੰਸੀਆਂ ਦਾ ਕੰਮ ਆ ਅਤੇ ਹੁਣ ਅਗਲੇ ਜਿਹੜੇ ਆ ਵੀ ਅੱਗੇ ਉਹ ਮੂੰਹ ਫਾੜ ਕੇ ਕਹਿੰਦੇ ਆ ਵੀ ਅੱਛਾ ਵੀ ਕੀ ਸਬੂਤ ਆ ਤੁਹਾਡੇ? ਕੀ ਸਬੂਤ ਹੈ ਇਹ? ਬਿਲਕੁਲ। ਅਤੇ ਹੁਣ ਜਿਨ੍ਹਾਂ ਨੇ ਉਹ ਕੋਈ ਨਾ ਕਿਤਾਬ ਪੜ੍ਹੀ ਹੁੰਦੀ ਹੈ, ਸਿਰਫ ਸੁਣਿਆ ਹੀ ਹੁੰਦਾ, ਜਾਂ ਇਹ ਆ ਵੀ ਆਲੇ ਦੁਆਲਿਓਂ ਇੱਕ ਫੀਲਿੰਗ ਲਈ ਹੁੰਦੀ ਆ ਵੀ ਸਿੱਖ ਇੱਦਾਂ ਨਹੀਂ ਕਰ ਸਕਦੇ, ਵੀ ਕੋਈ ਹੋਰ ਜਿਹੜਾ ਆ ਭੇਖ ਬਣਾ ਕੇ ਤੇ ਕਰਨ ਦਿਆ ਜੀ, ਅਤੇ ਜਾਂ ਘੁਸਪੈਠ ਕਰਕੇ ਤੇ ਬੰਦਿਆਂ ਨੂੰ ਖਰੀਦ ਕੇ ਕਰਵਾਇਆ ਜਾ ਰਿਹਾ। ਅਤੇ ਉਹ ਸਾਰੇ ਲਈ ਵੀ ਇਹ ਕਿਤਾਬ ਪੜ੍ਹਨੀ ਜ਼ਰੂਰੀ ਆ ਵੀ ਤਾਂ ਕਿ ਵੀ ਇਹਦੇ ਹਵਾਲੇ ਦਿੱਤੇ ਜਾ ਸਕਣ ਅਤੇ ਇਹ ਪੜ੍ਹ ਕੇ ਅਤੇ ਇਹਦੇ ਰਾਹੀਂ ਜਿਹੜੀਆਂ ਏਜੰਸੀਆਂ ਆ ਉਹ ਕਿੱਦਾਂ ਕੰਮ ਕਰਦੀਆਂ ਵੀ ਉਹ ਸਾਰਾ ਸਮਝਿਆ ਜਾ ਸਕੇ। ਜੀ। ਅਤੇ ਆਪਾਂ ਪਿਛਲੀ ਵਾਰੀ ਇਹਦਾ ਪ੍ਰੋਫੇਸ ਜਿਹੜਾ ਆ ਵੀ ਆਰੰਭਕ ਆ ਉਹ ਪੜ੍ਹੀ ਸੀ ਅਤੇ ਇੰਟਰੋਡਕਸ਼ਨ ਜਿਹੜੀ ਆ ਵੀ ਜਿਹੜੀ ਮੁੱਢਲੀ ਜਾਣਕਾਰੀ ਵੀ ਅੱਜ ਉਹ ਆਪਾਂ ਪੜ੍ਹਨੀ ਆ। ਸ਼ੁਰੂ ਦੇ ਵਿੱਚ ਤਾਂ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਆ ਅਤੇ ਉਹ ਜਿਹੜਾ ਪੀਰੀਅਡ ਆ ਵੀ ਉਹਦਾ ਕੁਛ ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ ਵੀ ਜਿਹਦੇ ਵਿੱਚ ਕੁਛ ਮੈਨੂੰ ਲੱਗਾ ਵੀ ਕੋਤਾਹੀਆਂ ਵੀ ਨੇ, ਪਰ ਉਹ ਕੋਈ ਨਹੀਂ ਸੀਰੀਅਸ ਨਹੀਂ ਹੈਗੀਆਂ। ਵੀ ਜਿਵੇਂ ਉਹ ਕਹਿੰਦੇ ਵੀ ਜਨੇਊ ਦੀ ਰਸਮ ਜਿਹੜੀ ਆ ਵੀ ਉਹ 11 ਸਾਲ ਦੀ ਉਮਰ ਦੇ ਵਿੱਚ ਹੋਈ ਸੀ ਅਤੇ ਅਸੀਂ ਜਿਹੜਾ ਲਿਟਰੇਚਰ ਪੜ੍ਹਿਆ ਆ ਵੀ ਉਹਦੇ ਵਿੱਚ ਉਹ 8 ਸਾਲ ਦੀ ਉਮਰ ਦੇ ਵਿੱਚ ਦੱਸੀ ਜਾਂਦੀ ਆ ਜੀ। ਸੋ ਉਹ ਜੇ ਛੋਟੇ ਮੋਟੇ ਨੇ, ਪਰ ਮਤਲਬ ਇਹ ਆ ਵੀ ਉਹ ਮੁੱਢਲੀ ਜਾਣਕਾਰੀ ਜਿਹੜੀ ਆ ਗੁਰੂ ਨਾਨਕ ਪਾਤਸ਼ਾਹ ਬਾਰੇ ਵੀ ਲਿਖਾਰੀ ਜਿਹੜੇ ਨੇ ਵੀ ਉਹ ਦੇ ਰਹੇ ਨੇ ਜੀ। ਵੀ ਉਹਨਾਂ ਲਈ ਵੀ ਜਿਹੜੇ ਸਿੱਖ ਕੌਮ ਤੋਂ ਨਾ ਵਾਕਫ ਨੇ। ਅਤੇ ਅੱਗੇ ਜਾ ਕੇ ਉਹ ਇਹ ਲਿਖਦੇ ਨੇ ਵੀ ਦ ਵਰਡ ਸਿੱਖ ਮੀਨਸ ਲਰਨਰ ਔਰ ਡਿਸਾਈਪਲ ਇਨ ਗੁਰਮੁਖੀ ਦੀ ਓਲਡ ਲੈਂਗੁਏਜ ਆਫ ਸਿੱਖ ਸਕ੍ਰਿਪਚਰ। ਜੀ। ਭਈ ਜਿਹੜੀ ਗੁਰਮੁਖੀ ਜ਼ਬਾਨ ਆ ਵੀ ਉਹਦੇ ਵਿੱਚ ਸਿੱਖ ਦਾ ਮਤਲਬ ਲਰਨਰ ਯਾਨੀ ਕਿ ਵਿਦਿਆਰਥੀ ਆ, ਸਿੱਖਣ ਵਾਲਾ, ਔਰ ਡਿਸਾਈਪਲ ਯਾਨੀ ਕਿ ਵਿਦਿਆਰਥੀ ਜਿਹੜਾ ਵੀ ਉਹ ਉਸ ਵਜੋਂ ਲਿਆ ਜਾਂਦਾ ਜੀ। ਅਤੇ ਹੁਣ ਇੱਥੇ ਬੜੀ ਵਧੀਆ ਗੱਲ ਆ ਵੀ ਨਹੀਂ ਤਾਂ ਆਮ ਹੀ ਨਾ ਹੁਣ ਇੱਕ ਇਹ ਜਿੱਦਾਂ ਰੀਤ ਹੀ ਬਣ ਗਈ ਆ ਵੀ ਜਦੋਂ ਕਹਿਣਾ ਵੀ ਸਿੱਖ ਸ਼ਬਦ ਜਿਹੜਾ ਜੀ ਉਹ ਸੰਸਕ੍ਰਿਤ 'ਚੋਂ ਆਇਆ। ਬਿਲਕੁਲ। ਸੰਸਕ੍ਰਿਤ ਜੇ ਸ਼ਿਸ਼ ਤੋਂ ਬਣਿਆ ਆ, ਸ਼ਿਸ਼ਿਆ ਤੋਂ। ਹੁਣ ਮਤਲਬ ਵੀ ਉਹ ਸਾਰਾ ਜਿਹੜਾ ਡਰਾਮਾ ਆ ਵੀ ਉਹ ਆ ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ ਵੀ ਉਹ ਕਹਿੰਦੇ ਵੀ ਪੁਰਾਣੀ ਜਿਹੜੀ ਗੁਰਮੁਖੀ ਆ ਉਹਦਾ ਅੱਖਰ ਆ ਇਹ ਜੀ। ਪਰ ਅੱਗੇ ਜਾ ਕੇ ਉਹ ਨਾਲ ਸੈਕਿੰਡ ਲਾਈਨ 'ਚ ਇਹ ਵੀ ਲਿਖ ਦਿੰਦੇ ਨੇ, ਕਹਿੰਦੇ ਹਾਊ ਐਵਰ ਇਨ ਪਾਲੀ ਐਨ ਏਨਸ਼ੀਐਂਟ ਇੰਡੀਅਨ ਲੈਂਗੁਏਜ ਫਰੋਮ ਦਾ ਟਾਈਮ ਆਫ ਬੁੱਧਾ, ਯਾਨੀ ਕਿ ਮਹਾਤਮਾ ਬੁੱਧ ਦੇ ਸਮੇਂ ਦੀ ਜਿਹੜੀ ਲੈਂਗੁਏਜ ਸੀਗੀ ਜੀ, ਪਾਲੀ ਲੈਂਗੁਏਜ, ਜਿਹਨੂੰ ਜਿੰਨਾ ਵੀ ਅਜੇ ਤੱਕ ਸਾਡੇ ਕੋਲ ਐਵੀਡੈਂਸ ਹੈਗਾ ਆ ਰਿਸਰਚ ਰਾਹੀਂ, ਉਹ ਇਹ ਹੀ ਆ ਵੀ ਜਦੋਂ ਪੰਜਾਬੀ ਅਜੇ ਨਹੀਂ ਸੀ ਉਹ ਤੋਂ ਪਹਿਲਾਂ ਪਾਲੀ ਸੀ ਅਤੇ ਪਾਲੀ ਦੇ ਵਿੱਚੋਂ ਪੰਜਾਬੀ ਨਿਕਲੀ, ਪਾਲੀ 'ਚੋਂ ਹੋਰ ਬਹੁਤ ਜ਼ਬਾਨਾਂ ਨਿਕਲੀਆਂ ਨੇ। ਜਿਹੜੀ ਇਹ ਸੰਸਕ੍ਰਿਤ ਦੇ ਵਿੱਚੋਂ ਨਿਕਲਣ ਦੀ ਗੱਲ ਆ ਇਹ 1800 ਕੁਛ ਦੇ ਵਿੱਚ ਪਹਿਲੀ ਵਾਰੀ ਕਹੀ ਗਈ। ਅੰਗਰੇਜ਼ ਲਿਖਾਰੀ ਸੀਗਾ ਉਹਨੇ ਕਹੀ ਆ ਅਤੇ ਕਿਉਂਕਿ ਬਾਹਮਣਾਂ ਨੂੰ ਸੂਟ ਕਰਦੀ ਆ ਇਸ ਕਰਕੇ ਉਹਨਾਂ ਨੇ ਇਸੇ ਨੂੰ ਹੀ ਧੂਲ ਦਿੱਤੀ ਜੀ ਸਾਰੀਆਂ ਜ਼ਬਾਨਾਂ ਜਿਹੜੀਆਂ ਸੰਸਕ੍ਰਿਤ 'ਚੋਂ ਨਿਕਲੀਆਂ। ਜਦ ਕਿ ਪਾਲੀ ਜਿਹੜੀ ਆ ਵੀ ਜਿੰਨੀਆਂ ਵੀ ਪੁਰਾਣੀਆਂ ਲਿਖਤਾਂ ਨੇ ਜਿਹੜੇ ਆ ਸਾਂਚੀ ਵਾਲਾ ਸਤੂਪ ਆ ਅਤੇ ਹੋਰ ਜਿੰਨੇ ਵੀ ਅਸ਼ੋਕਾ ਪਿੱਲਰ ਆ ਉਹਦੇ ਉੱਤੇ ਜੋ ਕੁਛ ਵੀ ਜਿੰਨਾ ਵੀ ਲਿਖਿਆ ਆ ਉਹ ਸੰਸਕ੍ਰਿਤ 'ਚ ਨਹੀਂ ਹੈਗਾ, ਸਾਰਾ ਪਾਲੀ ਦੇ ਵਿੱਚ ਆ। ਸੋ ਇਸ ਕਰਕੇ ਵੀ ਉਹ ਇਹ ਜਿਹੜੀ ਥਿਊਰੀ ਆ ਵੀ ਇਹ ਬੈਟਰ ਕਹਿ ਲਓ ਵੀ ਲੱਗਦੀ ਆ ਸੱਚਾਈ ਦੇ ਨੇੜੇ। ਅਤੇ ਉਹ ਕਹਿੰਦੇ ਵੀ ਪਾਲੀ ਜਿਹੜੀ ਜ਼ਬਾਨ ਆ ਉਹਦੇ ਵਿੱਚ ਵੀ ਸਿੱਖ ਸ਼ਬਦ ਹੈਗਾ ਆ,
ਉਸ ਜ਼ਬਾਨ ਦੇ ਵਿੱਚ ਸਿੱਖ ਦਾ ਮਤਲਬ ਆ ਗੋਡਸ ਚੋਜ਼ਨ ਪੀਪਲ, ਵੀ ਰੱਬ ਦੇ ਚੁਣੇ ਹੋਏ ਬੰਦੇ ਜਿਹੜੇ ਆ ਵੀ ਉਹਨਾਂ ਨੂੰ ਉਹ ਸਿੱਖ ਵਜੋਂ ਗਰਦਾਨਦੇ ਜੀ। The Sikhs have 10 gurus beginning with the founder ਗੁਰੂ ਨਾਨਕ, ਜਿਹੜੇ 1469 ਦੇ ਵਿੱਚ ਜੰਮੇ ਤੇ 1539 ਦੇ ਵਿੱਚ ਜੋਤੀ ਜੋਤ ਸਮਾਏ ਜੀ, ਐਂਡ ਐਂਡਿੰਗ ਵਿਦ ਦ ਵਾਰੀਅਰ ਸੇਂਟ ਗੁਰੂ ਗੋਬਿੰਦ ਸਿੰਘ, ਯਾਨੀ ਕਿ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਉਹ ਜਿਹੜਾ 10 ਗੁਰੂਆਂ ਦਾ ਸੀਗਾ ਸਮਾਂ ਜੀ ਉਹ ਸੰਪੂਰਨ ਹੋਇਆ। ਤੇ ਇਟ ਵਾਜ਼ ਦ 5th ਗੁਰੂ ਅਰਜਨ, ਜਿਹੜਾ ਦਾ ਜੀਵਨ ਕਾਲ ਉਹ ਦੱਸਦੇ ਵੀ 1581 ਤੋਂ 1606, ਬਿਲਕੁਲ ਸਹੀ ਹੈ ਜੀ। ਵੀ who built the Sikh Vatican ਔਰ ਮੱਕਾ ਦਾ ਗੋਲਡਨ ਟੈਂਪਲ। ਹੁਣ ਇੱਥੇ ਦੇਖੋ ਵੀ ਜਿਹੜਾ ਸਾਡੇ ਵਿਚਾਰਨੇ ਵਾਲਾ ਵੀ ਜਿਹੜੇ ਗੈਰ ਸਿੱਖ ਨੇ ਜ਼ੁਹੈਰ ਕਸ਼ਮੀਰੀ ਬਿਲਕੁਲ ਤੇ ਮੈਕੈਂਡਰੂ ਦੋਵੇਂ ਲਿਖਾਰੀ ਜਿਹੜੇ ਇਹਦੇ ਕਿਤਾਬ ਦੇ ਆ ਵੀ ਉਹ ਇਹ ਕਹਿ ਰਹੇ ਨੇ ਵੀ ਦਰਬਾਰ ਸਾਹਿਬ ਜਿਹੜਾ ਆ ਵੀ ਉਹ ਸਿੱਖਾਂ ਦੇ ਵੈਟੀਕਨ ਜਾਂ ਆਪਣਾ ਜਿਹੜੇ ਈਸਾਈਆਂ ਦਾ ਵੈਟੀਕਨ ਆ ਤੇ ਮੁਸਲਮਾਨਾਂ ਦਾ ਜਿਹੜਾ ਮੱਕਾ ਆ ਉਹਦੇ ਬਰਾਬਰ ਸਿੱਖਾਂ ਦਾ ਦਰਬਾਰ ਸਾਹਿਬ ਆ ਜੀ। ਬਿਲਕੁਲ। ਤੇ ਹੁਣ ਜਿਹੜੇ ਇਹ ਖੱਪ ਗ੍ਰੇਟ ਨੇ ਵੀ ਇਹਨਾਂ ਨੂੰ ਪ੍ਰੋਬਲਮ ਕਿੱਡੀ ਹੁੰਦੀ ਹੈ ਦਰਬਾਰ ਸਾਹਿਬ ਬਿਲਕੁਲ ਜੀ। ਹੁਣ ਉਹ ਤੁਹਾਨੂੰ ਹੌਲੀ ਹੌਲੀ ਇਹ ਕਿਤਾਬ ਪੜ੍ਹ ਕੇ ਨਾ ਕਈ ਗੱਲਾਂ ਜਿਹੜੀਆਂ ਉਹ ਕਲੀਅਰ ਹੋਈ ਜਾਣੀਆਂ ਵੀ ਕਿਉਂ ਇਹ ਜਿਹੜੀ ਆ ਬਕਵਾਸ ਵੀ ਇਹ ਕੀਤੀ ਜਾਂਦੀ ਰਹੀ ਆ ਅਜੇ ਤੱਕ। ਤੇ ਹੁਣ ਜਿਹੜਾ ਆਹ ਇਹਨਾਂ ਨੂੰ ਕਹਿ ਲਓ ਵੀ ਮੌਤ ਪਈ ਹੋਈ ਆ ਵੀ ਪ੍ਰੋਗਰਾਮ 2 ਹਫ਼ਤਿਆਂ ਤੋਂ ਹੋ ਨਹੀਂ ਰਹੇ, 4 ਹਫ਼ਤੇ ਹੋ ਗਏ ਜੀ। ਤੇ ਵੀ ਉਹ ਸਾਰਾ ਕੁਛ ਜਿਹੜਾ ਆ ਵੀ ਉਹ ਤੁਹਾਨੂੰ ਹੌਲੀ ਹੌਲੀ ਸਮਝ ਲੱਗਣ ਲੱਗ ਪੈਣਾ ਵੀ ਇਹ ਕਿਉਂ ਮਤਲਬ ਕੀ ਕਹਾਣੀਆਂ ਇਹ ਚੱਲਦੀਆਂ ਪਈਆਂ ਜੀ। ਬਿਲਕੁਲ। ਪਰ ਅੱਜ ਦੀਆਂ ਨਹੀਂ ਗੀਆਂ ਵੀ ਆਪਾਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਗਿਆਨੀ ਦਿੱਤ ਸਿੰਘ ਹੁਣਾਂ ਦੇ ਟਾਈਮ ਤੋਂ ਹੀ ਇਹ ਜਿਹੜੀਆਂ ਖੇਡਾਂ ਆ ਵੀ ਇਹ ਚੱਲਣ ਦੀਆਂ ਜੀ। ਬਿਲਕੁਲ। ਬਾਹਮਣਵਾਦ ਦੀਆਂ ਵਿਪਰ ਦੀਆਂ ਤੇ ਕਿਸੇ ਟਾਈਮ ਲੱਗਦਾ ਹੁੰਦਾ ਵੀ ਸਿਰੇ ਚੜ੍ਹ ਜਾਣੀਆਂ ਆ, ਪਰ ਫਿਰ ਕੋਈ ਨਾ ਕੋਈ ਜਿਹੜਾ ਸੂਰਮਾ ਆ ਕੌਮ ਦੇ ਵਿੱਚੋਂ ਉੱਠ ਕੇ ਤੇ ਉਹ ਇਹਦਾ ਜਵਾਬ ਜਿਹੜਾ ਆ ਵੀ ਉਹ ਦੇ ਦਿੰਦਾ। ਸਹੀ ਗੱਲ। ਜਿਵੇਂ ਕਿਸੇ ਟਾਈਮ ਗਿਆਨੀ ਦਿੱਤ ਸਿੰਘ ਹੁਣਾਂ ਨੇ ਦਿੱਤਾ, ਕਿਸੇ ਟਾਈਮ ਕਿਸੇ ਹੋਰ ਨੇ ਦਿੱਤਾ, ਅੱਜ ਕਿਸੇ ਹੋਰ ਨੇ ਦਿੱਤਾ। ਬਿਲਕੁਲ। ਸੋ ਇਟ ਵਾਜ਼ ਦ ਅਸੌਲਟ ਔਨ ਦਿਸ ਟੈਂਪਲ ਬਾਏ ਦ ਇੰਡੀਅਨ ਆਰਮੀ ਇਨ ਜੂਨ 1984 ਦੈਟ ਲੈਟ ਲੂਜ਼ ਦੀ ਸੈਪਰੇਟਿਸਟ ਫਾਈਟ ਫॉर ਖਾਲਿਸਤਾਨ। ਸੋ ਕਹਿੰਦੇ ਵੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਜੂਨ 84 ਦੇ ਵਿੱਚ ਇੰਡੀਅਨ ਆਰਮੀ ਜਿਹੜੀ ਆ ਵੀ ਉਹਨੇ ਚੜ੍ਹਾਈ ਕੀਤੀ ਆ ਜੀ, ਉਸ ਵੇਲੇ ਫਿਰ ਵੀ ਜਿਹੜੀ ਵੱਖਵਾਦੀ ਮੂਵਮੈਂਟ ਆ ਜਾਂ ਵੱਖਵਾਦੀ ਲੜਾਈ ਜਿਹੜੀ ਆ ਖਾਲਿਸਤਾਨ ਲਈ ਵੀ ਉਹ ਸ਼ੁਰੂ ਹੋਈ ਆ ਜੀ। ਬਿਲਕੁਲ। ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਹੈ ਹਿੰਦੂ ਬ੍ਰਾਹਮਣ ordered the assault on the anniversary of Arjan's martyrdom at the hands of a despotic Muslim Mughal ruler of India। ਹੁਣ ਉਹ ਇਹ ਵੀ ਹੁਣ ਗੱਲ ਸਮਝਣੇ ਵਾਲੀ ਆ ਵੀ ਉਹ ਵੀ ਇਹ ਸਮਝਦੇ ਆ ਜੀ। ਬਿਲਕੁਲ। ਜਿਹੜੇ ਗੈਰ ਸਿੱਖ ਗੈਰ ਇੰਡੀਅਨ ਲਿਖਾਰੀ ਨੇ ਉਹ ਕਹਿੰਦੇ ਨੇ ਵੀ ਜਿਹੜੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਵੀ ਜਿਹੜੀ ਆਪ ਇੱਕ ਹਿੰਦੂ ਬ੍ਰਾਹਮਣ ਸੀ, ਉਹਨੇ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਵੀ ਇਹ ਹਮਲਾ ਜਿਹੜਾ ਆ ਇਹ ਕਰਨ ਦਾ ਹੁਕਮ ਦਿੱਤਾ। ਗੁਰੂ ਅਰਜਨ ਪਾਤਸ਼ਾਹ ਨੂੰ ਜਿਹੜਾ ਮੁਸਲਮਾਨ ਮੁਗਲ ਰੂਲਰ ਸੀਗਾ ਇੰਡੀਆ ਦਾ ਉਸ ਵੇਲੇ ਦਾ 1606 'ਚ ਵੀ ਉਹਨੇ ਸ਼ਹੀਦ ਕੀਤਾ ਹੈ ਜਾਂ ਉਹਦੇ ਹੁਕਮ ਦੇ ਉੱਤੇ ਸ਼ਹੀਦ ਜਿਹੜਾ ਵੀ ਉਹ ਕੀਤਾ ਗਿਆ ਹੈ। ਸੋ ਹੁਣ ਉਹ ਸਾਰਾ ਕੁਛ ਜਿਹੜਾ ਆ ਵੀ ਉਹ ਆਪਣੇ ਆਪ ਦੇ ਵਿੱਚ ਇੰਪੋਰਟੈਂਸ ਇੰਨੀ ਜਿਹੜੀ ਰੱਖਦਾ ਆ ਵੀ ਇੱਥੇ ਜਿਹੜੀ ਸਾਡੀ ਕਹਿ ਲਓ ਵੀ ਨੌਜਵਾਨ ਪੀੜ੍ਹੀ ਆ ਵੀ ਉਹਨੂੰ ਵੀ ਇਹ ਸਮਝਣੇ ਦੀ ਲੋੜ ਆ ਭਾਈ ਵੀ ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਆ। ਵੀ ਜੂਨ 84 ਜੇ ਆਪਾਂ ਨੂੰ ਯਾਦ ਆ ਤੇ ਉਹਦੇ ਨਾਲ ਇਹ ਵੀ ਯਾਦ ਰੱਖਣ ਦੀ ਲੋੜ ਆ ਵੀ ਉਹ 84 ਜੂਨ ਦੇ ਵਿੱਚ ਉਹਨਾਂ ਨੇ ਉਹ ਦਿਨ ਚੁਣਿਆ ਸੀ ਜਿੱਦਣ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀਗਾ। ਤੇ ਲੋਕ ਜਿਹੜੇ ਆ ਸੰਗਤ ਜਿਹੜੀ ਆ ਉਹ ਪਿੰਡਾਂ ਤੋਂ ਟਰਾਲੀਆਂ ਭਰ ਭਰ ਕੇ ਉੱਥੇ ਪਹੁੰਚੀ ਹੋਈ। ਬਿਲਕੁਲ ਜੀ। ਪਹੁੰਚਣ ਤੋਂ ਬਾਅਦ ਉੱਥੇ ਕਰਫਿਊ ਲਾਤਾ ਗਿਆ, ਉਹਨਾਂ ਨੂੰ ਅੰਦਰ ਹੀ ਡੱਕ ਦਿੱਤਾ ਗਿਆ, ਜਦ ਕਿ ਵੀ ਜਦੋਂ ਉਹਨਾਂ ਨੂੰ ਪਤਾ ਸੀਗਾ ਭਈ ਆਹ ਇੱਦਾਂ ਹਮਲਾ ਹੋਣਾ ਕਰਨਾ ਅਸੀਂ ਆਹ ਸਭ ਕੁਝ ਕਰਨਾ ਹੈ। ਬਿਲਕੁਲ। ਤੇ ਉਹ ਸਾਰਾ ਕੁਛ ਜਿਹੜਾ ਆ ਵੀ ਉਹ ਰੋਕ ਵੀ ਸਕਦੇ ਸੀ। ਅੰਮ੍ਰਿਤਸਰ ਦੇ ਬਾਰ-ਬਾਰ ਭਾਵੇਂ ਨਾਕੇ ਲਾ ਲੈਂਦੇ ਜਾਂ ਹੋਰ ਜਿਹੜਾ ਪੁਰਾਣਾ ਸ਼ਹਿਰ ਆ ਜਿਹਨੂੰ ਕਹਿੰਦੇ ਜੀ ਭਈ ਵਾਲਡ ਸਿਟੀ ਜਿਹੜਾ ਅੰਮ੍ਰਿਤਸਰ ਦਾ, ਉੱਥੇ ਲਾ ਸਕਦੇ ਸੀ। ਬਿਲਕੁਲ। ਨਹੀਂ ਰੋਕਣ ਦੇ ਨਾਲ ਨਾਲ ਭਾਜੀ ਆਪਣਾ ਜਿਹੜਾ ਆਪਰੇਸ਼ਨ ਸੀਗਾ ਪੋਸਟਪੋਨ ਵੀ ਕੀਤਾ ਜਾ ਸਕਦਾ ਸੀ। ਉਹ ਕਿਹੜਾ ਇੱਦਾਂ ਸੀਗਾ ਕੋਈ ਮਤਲਬ ਫੌਜ ਸੀਗੀ ਜਿਹਨੇ ਚੜ੍ਹਾਈ ਕਰਕੇ ਆ ਜਾਣਾ ਸੀਗਾ, ਉਹ ਤਾਂ ਉੱਥੇ ਹੀ ਬੈਠੇ ਸੀਗੇ, ਉਹ ਤਾਂ 2 ਦਿਨ ਰੋਕ ਲੈਂਦੇ ਹਾਂਜੀ ਤੇ ਵੀ ਕੋਈ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਇਹਨਾਂ ਦਾ ਕਿ ਉਹਨਾਂ ਨੇ ਬਹੁਤ ਵੱਡਾ ਇਹਨਾਂ ਦੀ ਜ਼ਮੀਨ ਦਾ ਟੁਕੜਾ ਹਥਿਆ ਲੈਣਾ ਸੀਗਾ, ਫਿਰ ਜਿਹੜਾ ਛੁਡਾਉਣਾ ਔਖਾ ਹੋ ਜਾਣਾ ਸੀਗਾ। ਤੇ ਉਹ ਤਾਂ ਉਹ ਬੜੀ ਮਤਲਬ ਸੌਖਾ ਸਮਾਂ ਆ ਜਾਂਦਾ ਹੈਗਾ। ਸੋਚ ਸਮਝ ਕੇ ਜਾਣ ਬੁੱਝ ਕੇ ਉਹ ਦਿਨ ਚੁਣਿਆ ਗਿਆ ਤਾਂ ਕਿ ਭਈ ਜਿੰਨੀ ਮੈਕਸੀਮਮ ਬੰਦੇ ਮਾਰੇ ਜਾ ਸਕਦੇ ਆ। ਬਿਲਕੁਲ। ਖਾਸ ਤੌਰ ਤੇ ਵੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਹੈ ਨਹੀਂ, ਜਿਨ੍ਹਾਂ ਦੇ ਕੋਲੇ ਹਥਿਆਰ ਵੀ ਕੋਈ ਨਹੀਂ ਜੀ,
ਕਿਉਂਕਿ ਇਹਦੇ ਨਾਲ ਹੀ ਜੁੜਦੀ ਇੱਕ ਹੋਰ ਵੀ ਕਹਾਣੀ ਹੈਗੀ ਆ ਬਈ ਆਪਣੇ ਜਿਹੜੇ ਨਾ ਕਰਤਾਰ ਸਿੰਘ ਝੱਬਰ ਦਾ ਨਾਮ ਸ਼ਾਇਦ ਜਾਣਦੇ ਹੋਣ ਬਈ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਸੀ ਉਹਦੇ ਵਿੱਚ ਉਹਨਾਂ ਦਾ ਕਾਫੀ ਵੱਡਾ ਰੋਲ ਸੀਗਾ। ਕਰਤਾਰ ਸਿੰਘ ਝੱਬਰ ਹੋਣਾ ਦਾ ਮੇਰਾ ਖਿਆਲ ਗ੍ਰੈਂਡਸਨ ਪੋਤਾ ਆਪਣਾ ਬ੍ਰਿਗੇਡੀਅਰ ਮਨਮੋਹਨ ਸਿੰਘ ਵਿਰਕ, ਠੀਕ ਹੈ ਜੀ, ਉਹਨਾਂ ਨੇ ਆਰਟੀਕਲ ਇੱਕ ਲਿਖਿਆ ਸੀਗਾ ਵੀ ਜਿਹਦੇ ਵਿੱਚ ਉਹ ਕਹਿੰਦੇ ਵੀ ਜਦੋਂ ਨਾ 84 ਦਾ ਕਾਰਾ ਹੋ ਗਿਆ ਆ, ਹਮਲਾ ਹੋ ਗਿਆ ਦਰਬਾਰ ਸਾਹਿਬ ਦੇ ਉੱਤੇ, ਤੇ ਉਹ ਤੋਂ ਬਾਅਦ ਭਈ ਕੁਛ ਮਹੀਨੇ ਬਾਅਦ ਵੀ ਇਹਨੇ ਨਾ ਜਿਹੜਾ ਜਨਰਲ ਸੁੰਦਰ ਜੀ ਸੀ ਕੇ ਸੁੰਦਰ ਜੀ, ਵੀ ਉਹਨੇ ਜਿਹੜੇ ਮੇਨ ਕਮਾਂਡਰ ਸੀਗੇ ਆਰਮੀ ਦੇ ਜਿਨ੍ਹਾਂ ਵਿੱਚ ਆਪਣੇ ਬ੍ਰਿਗੇਡੀਅਰ ਵਿਰਕ ਵੀ ਸੀ, ਵੀ ਉਹ ਸਾਰੇ ਬੁਲਾ ਕੇ ਤੇ ਉਹਨਾਂ ਨੂੰ ਇਹ ਬਰੀਫਿੰਗ ਦਿੱਤੀ ਭਈ ਇੱਦਾਂ ਵੀ ਆਹ ਸਾਰਾ ਕੁਝ ਜਿਹੜਾ ਹੋਇਆ। ਤੇ ਕਹਿੰਦੇ ਵੀ ਮੈਂ ਉੱਥੇ ਖੜੇ ਹੋ ਕੇ ਸਵਾਲ ਪੁੱਛਿਆ ਭਈ ਆਰਮੀ ਨੇ ਇਹ ਕਿੱਦਾਂ ਡਿਸਾਈਡ ਕੀਤਾ ਭਈ ਇਹ ਮਰਨੇ ਵਾਲਾ ਜਿਹੜਾ ਆ ਵੀ ਇਹ ਅੱਤਵਾਦੀ ਆ ਤੇ ਆ ਜਿਹੜਾ ਮਰਿਆ ਆ ਵੀ ਇਹ ਆਮ ਬੰਦਾ ਹੈ। ਆਮ ਬੰਦਾ ਆ, ਸਿੰਪਲ ਜਿਹਾ ਸਵਾਲ, ਬੜਾ ਸਿੰਪਲ ਜਿਹਾ, ਬਿਲਕੁਲ ਜੀ। ਕਹਿੰਦੇ ਵੀ ਇਹ ਜਾਇਜ਼ ਸਵਾਲ ਹੈ। ਹਾਂ ਭਈ ਉਹਨੇ ਇਹ ਜਵਾਬ ਹੀ ਨਹੀਂ ਦਿੱਤਾ ਭਈ ਉਦਾਂ ਹੀ ਗੋਲ ਮੋਲ ਜੀ ਗੱਲ ਕਰਕੇ ਤੇ ਪਾਸੇ ਮਤਲਬ ਵੀ ਹੋਰ ਗੱਲਾਂ ਦੇ ਵਿੱਚ ਵੀ ਸਮਾਂ ਗੁਜ਼ਾਰ ਤੇ ਕਹਿੰਦੇ ਮੈਂ ਫੇਰ ਖੜਾ ਹੋ ਕੇ ਪੁੱਛਿਆ ਭਈ ਤੁਸੀਂ ਕਹਿੰਦੇ ਆ ਵੀ ਇੰਨੇ ਬੰਦੇ ਅਰੈਸਟ ਕੀਤੇ ਤੇ ਇੰਨੇ ਮਰ ਗਏ, ਵੀ ਜਿਹੜੇ ਮਰੇ ਆ ਵੀ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਕਿੱਦਾਂ ਡਿਸਾਈਡ ਕੀਤਾ ਵੀ ਇਹ ਮਰਨੇ ਵਾਲਾ ਜਿਹੜਾ ਆ ਵੀ ਇਹ ਆਮ ਨੌਨ ਸਿੱਖ ਮਤਲਬ ਵੀ ਨੌਨ ਕੰਬੈਟੈਂਟ ਸੀਗਾ, ਆਮ ਸਿੱਖ ਹੀ ਸੰਗਤ ਦਾ ਹਿੱਸਾ, ਤੇ ਇਹ ਜਿਹੜਾ ਵੀ ਇਹ ਹਥਿਆਰ ਲੈ ਕੇ ਤੇ ਲੜ ਰਿਹਾ ਸੀ ਜੀ, ਤੇ ਦੂਜਾ ਵੀ ਜਿਹੜੇ ਅਰੈਸਟ ਕੀਤੇ ਆ ਵੀ ਉਹਨਾਂ ਵਿੱਚ ਤੁਸੀਂ ਇਹ ਫਰਕ ਕਿੱਦਾਂ ਕਰ ਰਹੇ ਆ? ਬਿਲਕੁਲ। ਤੇ ਕਹਿੰਦੇ ਵੀ ਉਹ ਜੀ ਵੀ ਅੱਗ ਬਬੂਲਾ ਹੀ ਹੋ ਗਿਆ ਭਈ ਇਹ ਟੁੱਟ ਕੇ ਪੈ ਗਿਆ ਮੈਨੂੰ। ਕਹਿੰਦਾ ਵੀ ਇਹ ਸੁੰਦਰ ਜੀ ਵੀ ਇਹ ਵੀ ਵਾਟ ਡੂ ਯੂ ਮੀਨ ਭਈ ਦੇ ਵਰ ਦੇਅਰ, ਦੇ ਵਰ ਟੈਰਰਿਸਟ, ਬਸ ਇਹੀ ਇਹਨਾਂ ਦਾ ਪਲਾਨ ਸੀਗਾ, ਇਹ ਪਲਾਨ ਸੀਗਾ ਉਹਨਾਂ ਦਾ। ਤਾਂ ਕਰਕੇ ਉਹਨਾਂ ਨੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਚੁਣਿਆ ਭਈ ਮੈਕਸੀਮਮ ਬੰਦੇ ਹੋਣੇ ਆ ਉੱਥੇ, ਉਹਨਾਂ ਨੂੰ ਜਿਹਨਾਂ ਨੂੰ ਮਾਰਨਾ ਆ ਉਹ ਮੈਕਸੀਮਮ ਮਾਰੇ, ਤੇ ਜਿਹੜੇ ਫਿਰ ਅਰੈਸਟ ਕਰਕੇ ਤੇ ਜਿਹੜਾ ਦਿਖਾਇਆ ਵੀ ਦੇਖੋ ਜੀ ਇੰਨਾ ਬੰਦਾ ਸੀ ਅੰਦਰ, ਇੰਨਾ ਹਥਿਆਰ ਸੀ, ਆਹ ਸੀ। ਮਤਲਬ ਉਹਦਾ ਇੱਕ ਇਹ ਵੀ ਕਲੈਰੀਫਿਕੇਸ਼ਨ ਬਣਦਾ ਨਾ ਇਹਨਾਂ ਨੂੰ ਕਿ ਸਾਡੀ ਫੌਜ ਤਾਂ ਲੈ ਕੇ ਗਈ ਕਿਉਂਕਿ ਅੰਦਰ ਐਡਾ ਬੰਦਾ ਸੀ, ਇੰਨਾ ਬੰਦਾ ਸੀ, ਕਿਉਂਕਿ ਪੁਲਿਸ ਦੇ ਕਾਬੂ 'ਚ ਨਹੀਂ ਆਉਣਾ ਸੀ ਐਡਾ ਬੰਦਾ। ਸੋ ਉਹ ਮਤਲਬ ਵੀ ਉਹ ਸਾਰਾ ਜਿਹੜਾ ਡਰਾਮਾ ਆ ਬਿਲਕੁਲ ਜੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਗਿਣੀ ਮਿੱਥੀ ਖੇਡ ਸੀਗੀ ਉਹਨਾਂ ਦੀ। ਸੋ ਇਹ ਸਾਡੇ ਲਈ ਸਮਝਣ ਦੀ ਲੋੜ ਆ ਭਈ ਇਹ ਸਿੰਪਲੀ ਇਹ ਨੀਗਾ ਵੀ ਬਸ ਜੀ ਵੀ ਉੱਥੋਂ ਕੁਝ ਵੱਖਵਾਦੀ ਜਾਂ ਕੁਝ ਆਹ ਹੋ ਰਿਹਾ ਸੀ ਉਹ ਹੋ ਰਿਹਾ ਹੈਗਾ ਜੀ। ਤੇ ਹੋਰ ਬਹੁਤ ਸਵਾਲ ਨੇ ਵੀ ਜਿੱਦਾਂ ਇਹ ਆ ਵੀ ਇਹ ਵੀ ਜਦੋਂ ਨਾਕੇ ਲੱਗੇ ਹੋਏ ਸੀ ਬਾਹਰ ਵੀ ਅੰਦਰ ਜਾਣ ਲਈ ਵੀ, ਮੱਥਾ ਟੇਕਣ ਜਾਣ ਲਈ ਵੀ ਤੁਹਾਡੀ ਤਲਾਸ਼ੀ ਲਈ ਜਾਂਦੀ ਸੀ, ਇੰਨੇ ਹਥਿਆਰ ਕਿੱਦਾਂ ਗਏ ਅੰਦਰ? ਉਹਦੇ ਬਾਰੇ ਉਹ ਜਿਹੜਾ ਆਪਣੇ ਹੈਗੇ ਆ ਗੁਰਤੇਜ ਸਿੰਘ IAS ਉਹਨਾਂ ਨੇ ਉਹ ਦੱਸਿਆ ਆ ਵੀ ਇਹ ਵੀ ਉਹ ਜਿਹੜਾ ਆਰਮੀ ਦਾ ਅਫਸਰ ਸੀਗਾ ਵੀ ਉਹ ਅਗੇ ਉਹਨਾਂ ਦੇ ਕੋਲੇ ਆ ਕੇ ਤੇ ਅਪਰੋਚ ਕਰਦਾ ਵੀ ਇਹ ਵੀ ਗੁਰਤੇਜ ਸਿੰਘ ਨੂੰ ਕਹਿੰਦਾ ਵੀ ਇਹ ਵੀ ਆਪਾਂ ਇੱਕ ਟਰੱਕ ਜਿਹੜਾ ਆ ਵੀ ਬੰਦੂਕਾਂ ਦਾ ਤੇ ਹੋਰ ਹਥਿਆਰਾਂ ਦਾ ਉਹ ਅੰਦਰ ਪਹੁੰਚਾਉਣਾ ਆ। ਠੀਕ ਹੈ। ਉਹੋ ਜਿਹੀਆਂ ਉਹ ਸਾਰੀਆਂ ਜਿਹੜੀਆਂ ਆ ਵੀ ਉਹ ਡਰਾਮੇ ਇੰਨੇ ਜ਼ਿਆਦੇ ਨੇ ਵੀ ਜਿਹਦੇ ਵਿੱਚ ਭਈ ਜਿਹੜਾ ਇਹ ਲੈ ਕੇ ਚੱਲੋ ਵੀ ਸਰਕਾਰ ਜੋ ਕਹਿ ਰਹੀ ਆ ਉਹ ਨਿਰਾ ਝੂਠ ਆ, ਬਿਲਕੁਲ ਬੇਈਮਾਨੀ ਆ ਔਰ ਝੂਠ ਆ। ਅੱਗੇ ਆਪਾਂ ਗੱਲ ਕਰੀਏ ਤਾਂ ਜੀ ਵੀ ਉਹ ਕਹਿੰਦੇ ਵੀ ਇਫ ਇਟ ਵਾਜ਼ ਨਾਨਕ ਹੂ ਗੇਵ ਦਾ ਸਿੱਖਸ ਦੇਅਰ ਮਿਸਟਿਸਿਜ਼ਮ, ਯਾਨੀ ਕਿ ਭਈ ਜਿਹੜੀ ਰੂਹਾਨੀਅਤ ਆ ਜੀ ਵੀ ਜੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਤਾਂ ਇਟ ਵਾਜ਼ ਦਾ 10th ਗੁਰੂ ਗੋਬਿੰਦ ਸਿੰਘ ਹੂ ਗੇਵ ਦੈਮ ਦੇਅਰ ਵੈਰੀ ਵਿਜ਼ੀਬਲ ਆਈਡੈਂਟੀਟੀ, ਭਈ ਜਿਹੜੀ ਉਹ ਰੂਪ ਆ ਉਹ ਅਖੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ। ਹੁਣ ਇੱਥੇ ਉਹ ਜਿਹੜਾ ਹੈਗਾ ਨਾ ਵੀ ਜਦੋਂ ਬਾਹਰੋਂ ਦੇਖਦੇ ਆ ਅਗਲੇ ਵੀ ਸਾਡੀ ਕੌਮ ਨੂੰ, ਤੇ ਉਹ ਫਿਰ ਆਹ ਭੁਲੇਖਾ ਅਕਸਰ ਹੀ ਖਾਂਦੇ ਬਿਲਕੁਲ। ਪਰ ਇਹ ਵੀ ਭੁਲੇਖਾ ਜਿਹੜਾ ਆ ਵੀ ਇਹ ਤਕਰੀਬਨ 100 ਸਾਲ ਤੋਂ ਜ਼ਿਆਦਾ ਪੁਰਾਣਾ ਨੀਗਾ, ਕਿਉਂਕਿ ਇਹ ਜਿਹੜਾ ਭੁਲੇਖਾ ਆ ਇਹਦੀ ਨੀਂਹ ਰੱਖੀ ਗਈ ਜਾਦੂਨਾਥ ਸਰਕਾਰ ਕਰਕੇ ਸੀਗਾ, ਬੰਗਾਲੀ ਇਤਿਹਾਸਕਾਰ। ਉਹ ਆਇਆ ਇੱਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਐਜ਼ ਹਿਸਟੋਰੀਅਨ, ਪ੍ਰੋਫੈਸਰ ਆਫ ਹਿਸਟਰੀ ਜਿਹੜਾ ਵੀ ਉਹ ਨੌਕਰੀ ਕਰਨ ਲੱਗ ਪਿਆ। ਉਹਨੇ ਸਭ ਤੋਂ ਪਹਿਲਾਂ ਇਹ ਸ਼ੁਰਲੀ ਜਿਹੜੀ ਆ ਵੀ ਇਹ ਛੱਡੀ ਜਾਦੂਨਾਥ ਸਰਕਾਰ ਨੇ ਭਈ ਜੀ ਅਖੇ ਵੀ ਗੁਰੂ ਨਾਨਕ ਦੀ ਸਿੱਖੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ 'ਚ ਫਰਕ ਆ। ਉਹਨੂੰ ਹੀ ਫਿਰ ਜਿਹੜਾ ਆਰੀਆ ਸਮਾਜੀਆਂ ਦਾ ਸੀਗਾ ਗੋਕਲ ਚੰਦ ਨਾਰੰਗ, ਉਹਨੇ ਫਿਰ ਐਨ ਵੱਡੇ ਪੱਧਰ ਦੇ ਉੱਤੇ ਨਾ ਵੀ ਆਪਣੀ ਕਿਤਾਬ ਦੇ ਵਿੱਚ ਟਰਾਂਸਫਰਮੇਸ਼ਨ ਆਫ ਸਿੱਖਿਜ਼ਮ ਵੀ ਉਹ ਕਿਤਾਬ ਲਿਖ ਕੇ ਤੇ ਇਹ ਇੱਦਾਂ ਸ਼ੋਅ ਕੀਤਾ ਵੀ ਜਿੱਦਾਂ ਵੀ ਗੁਰੂ ਨਾਨਕ ਨੇ ਜਿਹੜੀ ਸਿੱਖੀ ਸ਼ੁਰੂ ਕੀਤੀ ਸੀ ਉਹ ਆਪਣਾ ਰੂਪ ਬਦਲ ਗਈ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ, ਟਰਾਂਸਫਾਰਮ ਹੋ ਗਈ। ਤੇ ਉਹ ਸਾਰਾ ਜਿਹੜਾ ਆ ਵੀ ਉੱਥੋਂ ਤੋਂ ਹੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿੱਦਾਂ ਨਾ ਵੀ ਐਵੇਂ ਹੀ ਬਣੀ ਗਈ ਆ ਵੀ ਪਿਰਤੀ ਪੈ ਗਈ ਆ ਵੀ ਬਸ ਠੀਕ ਆ ਜੀ ਵੀ ਇਹ ਕਹਿਣਾ ਵੀ ਇਹ ਵੀ ਗੁਰੂ ਨਾਨਕ ਦੀ ਸਿੱਖੀ ਜਿਹੜੀ ਵੀ ਉਹ ਰੂਹਾਨੀਅਤ ਵਾਲੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਜਿਹੜੀ ਆ ਵੀ ਉਹ ਅਖੇ ਵੀ ਥੋੜੀ ਜਿਹੀ ਵਾਰੀਅਰ ਯੋਧਿਆਂ ਵਾਲੀ ਸੀ। ਤੇ ਉਹ ਜਿਹੜਾ ਆ ਵੀ ਜਿਹੜਾ ਨਹੀਂ ਸਿੱਖੀ ਨੂੰ ਸਮਝਦਾ ਉਹਨੇ ਇਹ ਟਪਲਾ ਖਾਣਾ ਹੀ ਖਾਣਾ ਬਿਲਕੁਲ। ਸੋ ਇਸ ਕਰਕੇ ਭਾਈ ਵੀ ਇਹ ਵੀ ਜੇ ਅਸੀਂ ਵੀ ਸਿੱਖਾਂ ਦੇ ਵਿੱਚ ਵੀ ਜਿਹੜੇ ਸਿੱਖੀ ਨੂੰ ਚੰਗੀ ਤਰ੍ਹਾਂ ਨਹੀਂ ਸਮਝਣ ਦੀ ਕੋਸ਼ਿਸ਼ ਕਰਨ ਦੇ ਉਹ ਵੀ ਇਹੀ ਟਪਲਾ ਖਾਣ ਦਾ ਹੈ ਜੀ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਵੀ ਤੁਸੀਂ ਸਿੱਖ ਸਿਧਾਂਤ ਨੂੰ ਪੜ੍ਹੋ, ਉਹਨੂੰ ਸਮਝੋ
ਤੇ ਉਹ ਜੋ ਓਵਰਆਲ ਸਾਰੀ ਪਿਕਚਰ ਬਣ ਰਹੀ ਆ ਬਿਲਕੁਲ ਭਈ ਗੁਰੂ ਨਾਨਕ ਪਾਤਸ਼ਾਹ ਨੇ ਟੀਚਾ ਕੀ ਮਿਥਿਆ ਹੈ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹਨੂੰ ਸਮਝ ਕੇ ਫੇਰ ਹੀ ਤੁਸੀਂ ਆਪਣੇ ਆਪ ਨੂੰ ਸਿੱਖ ਜਿਹੜਾ ਆ ਵੀ ਉਹ ਸਿੱਖ ਵਜੋਂ ਵੇਖ ਸਕਦੇ ਆ। ਬਿਲਕੁਲ ਤੇ ਭਾਈ ਇਹਦੇ ਪਿੱਛੇ ਇੱਕ ਮਕਸਦ ਵੀ ਲੱਗਦਾ ਨਾ ਇਹਨਾਂ ਦਾ, ਕਿਉਂਕਿ ਇਹਨਾਂ ਨੂੰ ਪਤਾ ਆ ਕਿ ਖਾਸ ਕਰ ਜਦੋਂ ਆਪਾਂ RSS ਜਾਂ ਹਿੰਦੂ ਆਈਡੀਓਲੋਜੀ ਦੀ ਗੱਲ ਕਰਦੇ ਆ, ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਿੱਖੀਜ਼ਮ ਆ ਜਾਂ ਸਿੱਖਾਂ ਦੀ ਆਈਡੀਓਲੋਜੀ ਹੈਗੀ ਆ ਉਹ ਇੱਕ ਬਹੁਤ ਵੱਡਾ ਥ੍ਰੈਟ ਆ ਹਿੰਦੂ ਆਈਡੀਓਲੋਜੀ ਵਾਸਤੇ, ਕਿਉਂਕਿ ਉਹ ਸਾਰਾ ਇੱਕ ਚਮਤਕਾਰਾਂ ਨਾਲ ਭਰਿਆ ਪਿਆ ਆ। ਤੇ ਉਹ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹ ਕੋਈ ਨਾ ਕੋਈ ਤਰੀਕਾ ਲੱਭਦੇ ਰਹਿੰਦੇ ਆ ਕਿ ਕਿਸੇ ਤਰੀਕੇ ਨਾਲ ਸਿੱਖਾਂ 'ਚ ਜਿਹੜਾ ਆ ਪਾੜਾ ਪਾਇਆ ਜਾਵੇ, ਕੋਈ ਸੈਕਟ ਡਿਫਰੈਂਟ ਬਣਾ ਦਿੱਤਾ ਜਾਵੇ, ਕੋਈ ਗਰੁੱਪ ਡਿਫਰੈਂਟ ਬਣਾ ਦਿੱਤਾ ਜਾਵੇ, ਕੋਈ ਇੱਕ ਸੋਚ ਦਾ ਬੀਜ ਡਿਫਰੈਂਟ ਸੁੱਟ ਦਿੱਤਾ ਜਾਵੇ, ਜਿਹਦੇ ਨਾਲ ਉਹ ਲੋਕੀ ਕੁਛ ਉਸ ਚੀਜ਼ ਨੂੰ ਮੰਨਣ ਲੱਗ ਜਾਣ ਤਾਂ ਉਹਦੇ ਨਾਲ ਕਿ ਸਿੱਖਾਂ ਦੇ ਵਿੱਚ ਜਿਹੜੇ ਆਪਣੇ ਡਿਫਰੈਂਸਿਸ ਹੈਗੇ ਉਹ ਵੱਧਦੇ ਰਹਿਣ, ਤਾਂ ਕਿ ਇੱਕ ਜਗ੍ਹਾ ਸਿਰ ਜੋੜ ਕੇ ਨਾ ਇਕੱਠੇ ਹੋ ਜਾਣ। ਜਦੋਂ ਸਿਰ ਜੋੜ ਕੇ ਇਕੱਠੇ ਹੋ ਗਏ ਤੇ ਇਹਨਾਂ ਨੂੰ ਭਾਜਣਾ ਪੈ ਜਾਣੀਆਂ ਹੈਗੀਆਂ, ਇਹਨਾਂ ਨੂੰ ਵਕਤ ਪੈ ਜਾਣਾ ਹੈਗਾ ਆ। ਹੁਣ ਇਸ ਹੀ ਤਰਜ਼ ਤੇ ਤੁਸੀਂ ਜਿਹੜਾ ਖੱਪ ਗ੍ਰਿਡਾਂ ਨੂੰ ਦੇਖਦੇ ਆ, ਇਹਨਾਂ ਦਾ ਵੀ ਇਹੀ ਰੌਲਾ ਰਹਿੰਦਾ ਆ। ਕੋਈ ਜੇ ਪ੍ਰਚਾਰਕ ਕਿਸੇ ਸਟੇਜ 'ਤੇ ਚਲਾ ਗਿਆ ਜਾਂ ਕੋਈ ਪ੍ਰਚਾਰਕ ਕਿਸੇ ਹੋਰ ਦੀ ਸਟੇਜ 'ਤੇ ਚਲਾ ਗਿਆ, ਇਹਨਾਂ ਦਾ ਪਿੱਟ ਸਿਆਪਾ, ਇਹਨਾਂ ਦਾ ਇੱਦਾਂ ਰੋਣ ਹਾਕੇ ਹੋ ਜਾਂਦੇ ਕਿ ਇਹ ਜੀ ਏਕਤਾ ਕਿੱਦਾਂ ਹੋ ਸਕਦੀ ਹੈ, ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਫਿਰ ਉਹਨਾਂ ਬੰਦਿਆਂ ਨੂੰ, ਉਹਨਾਂ ਪ੍ਰਚਾਰਕਾਂ ਨੂੰ ਜਾਂ ਉਹਨਾਂ ਪ੍ਰਬੰਧਕਾਂ ਨੂੰ ਫਿਰ ਬੜੇ ਗਲਤ ਸ਼ਬਦਾਂ ਨਾਲ ਇਹ ਸੰਬੋਧਿਤ ਕਰਦੇ ਹੈਗੇ ਆ। ਬਿਲਕੁਲ, ਇਹ ਤੇ ਆਪਾਂ ਨੂੰ ਹੁਣ ਯਾਨੀ ਕਿ ਆ ਖਿੱਚ ਦੇਣੀ ਚਾਹੀਦੀ ਆ ਵੀ ਇਹ ਬੰਦੇ ਜਿਹੜੇ ਆ ਖੱਪ ਗ੍ਰੇਡ ਵੀ ਇਹ ਨਿਰੰਕਾਰੀਆਂ ਵਾਲਾ ਤੇ ਉਹੀ ਕਹਿ ਲਓ ਮਤਲਬ ਹਾਂਜੀ ਜਿਹੜੇ ਤੁਸੀਂ ਹੁਣ ਨਾਂ ਦੱਸਿਆ ਉਹਨਾਂ ਦਾ ਹੁਣ ਅੱਜ ਤੋਂ 50 ਸਾਲ ਬਾਅਦ ਇਹਨਾਂ ਦਾ ਵੀ ਨਾਂ ਇਦਾਂ ਹੀ ਲਿਆ ਜਾਣਾ ਕਿ ਇਹ ਬੰਦੇ ਕਿੱਦਾਂ ਸਿੱਖਾਂ ਦੇ ਵਿੱਚ ਡਿਫਰੈਂਸਿਸ ਪੈਦਾ ਕਰਕੇ ਆਪਣਾ ਉੱਲੂ ਸਿੱਧਾ ਕਰਦੇ ਆ, ਕਿੱਦਾਂ ਉਹਨਾਂ ਨੂੰ ਇੱਕ ਜਗ੍ਹਾ ਸਿਰ ਜੋੜ ਕੇ ਇੱਕ ਜਗ੍ਹਾ ਬਹਿਣ ਨਹੀਂ ਦੇਣਾ ਚਾਹੁੰਦੇ ਹੈਗੇ। ਕਿਉਂਕਿ ਪਤਾ ਹੈ ਜਦੋਂ ਸਿੱਖਾਂ ਦੇ ਵਿੱਚ ਏਕਾ ਹੋ ਗਿਆ ਜਾਂ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆ ਗਏ ਸਾਰੇ ਸਿੱਖ, ਤਾਂ ਬਾਕੀ ਫਿਰ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਮਨਸੂਬੇ ਉਹ ਪੂਰੇ ਨਹੀਂ ਹੋ ਪਾਣੇ ਹੈਗੇ। ਤਾਂ ਕਿਤੇ ਨਾ ਕਿਤੇ ਇੱਦਾਂ ਦੀਆਂ ਚਾਲਾਂ ਚੱਲਦੇ ਰਹਿੰਦੇ ਆ। ਨਹੀਂ ਸਹੀ ਗੱਲ ਹੈ ਜੀ, ਪਰ ਇਹ ਆ ਵੀ ਜਿਹੜਾ ਹੈਗਾ ਵੀ ਹੁਣ ਇਹਨਾਂ ਦੇ ਜਵਾਬ ਦੇਣੇ ਤੇ ਹੋਰ ਜਿਹੜਾ ਵੀ ਨਜ਼ਰ ਰੱਖਣੀ ਜ਼ਰੂਰੀ ਆ। ਬਿਲਕੁਲ, ਪਰ ਇਹਨਾਂ ਨੂੰ ਉਸੇ ਕਤਾਰ ਦੇ ਵਿੱਚ ਹੀ ਖੜਾ ਕਰ ਦਿਓ ਵੀ ਜਿਹੜੀ ਕਤਾਰ ਦੇ ਵਿੱਚ ਨਿਰੰਕਾਰੀ ਸੌਦਾ ਸਾਧ ਤੇ ਹੋਰ ਜਿਹੜੇ ਡੇਰੇਦਾਰ ਨੇ ਵੀ ਉਹ ਖੜੇ ਕੀਤੇ ਹੋਏ ਆਪਾਂ। ਬਿਲਕੁਲ ਭਈ ਉਹ ਜਿਹੜੀ ਬਕਵਾਸ ਕਰਦੇ ਆ ਉਹ ਕਰੀ ਚੱਲਣ, ਪਰ ਜਿਹੜਾ ਇਹ ਆ ਵੀ ਇਹ ਜ਼ਰੂਰ ਸਾਡੇ ਲਈ ਚਿੰਤਾ ਦਾ ਵਿਸ਼ਾ ਆ ਵੀ ਜੇ ਇਹਨਾਂ ਦੀ ਬਕਵਾਸ ਦਾ ਅਸਰ ਹੋ ਰਿਹਾ ਆ ਜੀ ਤੇ ਉਹ ਉਸੇ ਹਾਲਤ ਦੇ ਵਿੱਚ ਹੀ ਹੋ ਸਕਦਾ ਵੀ ਜਿਨ੍ਹਾਂ ਦੇ ਉੱਤੇ ਅਸਰ ਹੋ ਰਿਹਾ ਵੀ ਇਹਦਾ ਮਤਲਬ ਵੀ ਉਹਨਾਂ ਨੂੰ ਸਿੱਖੀ ਦੀ ਸਮਝ ਹੈ ਨਹੀਂ। ਬਿਲਕੁਲ ਨਹੀਂ। ਸੋ ਇਸ ਕਰਕੇ ਵੀ ਉਹ ਜੇ ਗਿਣਤੀ ਤੁਹਾਨੂੰ ਵੱਧਦੀ ਦਿਖਦੀ ਆ ਤੇ ਫਿਰ ਚਿੰਤਾ ਇਸ ਗੱਲ ਦੀ ਹੋਣੀ ਚਾਹੀਦੀ ਆ ਵੀ ਇੰਨੇ ਬੰਦਿਆਂ ਨੂੰ ਜੇ ਸਿੱਖੀ ਦੀ ਸਮਝ ਹੈ ਨਹੀਂ ਗੀ ਜੀ, ਤੇ ਇਹਦਾ ਮਤਲਬ ਆ ਵੀ ਜਿਹੜੇ ਸਾਡੇ ਉਪਰਾਲੇ ਆ ਵੀ ਸਿੱਖੀ ਅਗਲੀ ਜਨਰੇਸ਼ਨ ਤੱਕ ਪਹੁੰਚਾਉਣੇ ਦੇ ਵੀ ਉਹ ਕਿਤੇ ਨਾ ਕਿਤੇ ਵੀ ਕਮਜ਼ੋਰ ਪੈ ਰਹੇ ਨੇ। ਬਿਲਕੁਲ, ਸੋ ਉਹ ਚੀਜ਼ਾਂ ਸਾਨੂੰ ਜ਼ਰੂਰ ਉਹ ਧਿਆਨ ਮੰਗਦੀਆਂ ਜੀ। ਅੱਗੇ ਲਿਖਦੇ ਨੇ ਜੀ ਇਹ ਭਈ ਡਿਊਰਿੰਗ ਹਿਜ਼ ਡੇਜ਼ ਯਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ the Sikhs were surrounded on all sides by hostile forces, Muslim and Hindu। ਜੀ ਵੀ ਉਹ ਕਹਿੰਦੇ ਨੇ ਵੀ ਮੁਸਲਮਾਨ ਤੇ ਹਿੰਦੂ ਜਿਹੜੀਆਂ ਹੋਸਟਾਈਲ ਫੋਰਸਿਸ ਨੇ ਵੀ ਦੁਸ਼ਮਣ ਵੀ ਉਹ ਉਹਨਾਂ ਨੇ ਘੇਰਾ ਪਾਇਆ ਹੋਇਆ ਸੀ ਜੀ। On March 29, 1699 ਗੋਬਿੰਦ organized a huge Sikh rally। ਵੀ ਹੁਣ ਇਹ ਮਤਲਬ ਕਹਿ ਲਓ ਵੀ ਇਹ ਜਿਹੜਾ ਇਕੱਠ ਆ ਜੀ ਉਹਦੇ ਲਈ ਸ਼ਬਦ ਰੈਲੀ ਵਰਤ ਰਹੇ ਆ ਵੀ ਇਹ ਮਾਰਚ 29 1699 ਜਿਹੜਾ ਆ ਵੀ ਉਹ ਵਿਸਾਖੀ ਦੀ ਗੱਲ ਕਰਦੇ ਪਏ 1699 ਦੀ, ਕਿਉਂਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਸਾਰਾ ਜਿਹੜਾ ਹੈਗਾ ਆ ਕੰਮ ਕਹਿ ਲਓ ਜਾਂ ਜਿਹੜੀ ਕੰਟਰੋਵਰਸੀ ਕ੍ਰੀਏਟ ਕਰ ਦਿੱਤੀ ਗਈ ਵੀ ਜਦੋਂ ਆਪਾਂ ਜਾਣਦੇ ਆ ਪਿੱਛੇ ਸਾਰਾ ਕਿਉਂਕਿ ਕਈ ਕੈਲੰਡਰ ਨੇ ਵੀ ਜਿਹੜਾ ਈਵਨ ਜਿਹੜਾ ਕਾਮਨ ਈਰਾ ਕੈਲੰਡਰ ਜਾਂ AD ਕੈਲੰਡਰ ਜਿਹਨੂੰ ਕਹਿੰਦੇ ਆ ਵੀ ਆ ਜਿਹੜੀ 1699 ਜੇ ਇਸ ਕੈਲੰਡਰ ਦੀ ਡੇਟ ਆ ਜੀ, ਤੇ ਉਹਦੇ ਵਿੱਚ ਵੀ ਜਿਹੜੀ ਦੂਸਰੀ ਰੈਫਰਮੇਸ਼ਨ ਆ ਵੀ ਉਹ 1483 ਦੇ ਅਰਾਊਂਡ ਜਿਹੜੀ ਆ ਵੀ ਉਹ ਕਰ ਦਿੱਤੀ ਗਈ, ਜਿੱਥੋਂ ਉਹ ਜੂਲੀਅਸ ਕੈਲੰਡਰ ਤੋਂ ਗ੍ਰੈਗੋਰੀਅਨ ਕੈਲੰਡਰ ਜਿਹੜਾ ਜੂਲੀਅਨ ਕੈਲੰਡਰ ਤੋਂ ਗ੍ਰੈਗੋਰੀਅਨ ਬਣਾ ਦਿੱਤਾ ਗਿਆ ਹੈ ਜੀ। ਤੇ ਉਹਦੇ ਵਿੱਚ ਫਿਰ ਉਹਨਾਂ ਨੇ ਜਿਹੜਾ ਅੱਜ ਕੱਲ੍ਹ ਦਾ ਹੈਗਾ ਆ ਟਾਈਮ ਵੀ 365 ਦਿਨ ਤੇ 365.4 ਭਈ ਉਹ ਜਿਹੜਾ ਆ ਵੀ ਉਹ ਉਹਨਾਂ ਨੇ ਭਈ ਮਿੱਥ ਦਾ ਟਾਈਮ ਵੀ ਇਹ ਐਗਜ਼ੈਕਟ ਟਾਈਮ ਆ, ਤੇ ਜਿਹੜਾ ਉਹ 0.4 ਆ ਉਹਨੂੰ ਫਿਰ ਉਹਨਾਂ ਨੇ ਉਸ ਹਿਸਾਬ ਦੇ ਨਾਲ ਕਰ ਦਿੱਤਾ ਵੀ ਹਰ ਚੌਥੇ ਸਾਲ ਜਿਹੜਾ ਆ ਵੀ ਉਹ ਫਰਵਰੀ 'ਚ ਇੱਕ ਦਿਨ ਜਿਹੜਾ ਵੀ ਉਹ ਜੋੜ ਦਿੰਦੇ ਆ ਜੀ। ਤੇ ਉਸ ਹਿਸਾਬ ਦੇ ਨਾਲ ਜਦੋਂ ਅਸੀਂ ਲੈਂਦੇ ਆ ਤੇ ਇਹ ਜਿਹੜਾ ਕੈਲੰਡਰ ਜਿੱਦਾਂ ਹੁਣ ਮਾਰਚ 29 ਦਿੱਤਾ ਗਿਆ ਆ ਭਈ ਇਹ ਜਿਹੜੀ ਤਰੀਕ ਆ ਭਈ ਵਿਸਾਖੀ ਦੀ, ਇਹ ਜਦੋਂ ਕਹਿ ਲਓ ਵੀ 1699 ਦੇ ਵਿੱਚ ਵਿਸਾਖੀ ਜਿਹੜੀ ਆ ਪਹਿਲੀ ਵਿਸਾਖ ਜੀ, ਉਹ ਜਿਹੜਾ ਪੱਛਮੀ ਕੈਲੰਡਰ ਆ ਉਹਦੀ 29 ਮਾਰਚ ਦੇ ਨਾਲ
ਵੀ ਕੋਇਨਸਾਈਡ ਕਰਦੀ ਜੀ। ਤੇ ਜਦੋਂ ਆਪਾਂ ਸਾਰੀਆਂ ਜਿਹੜੀਆਂ ਕੈਲਕੂਲੇਸ਼ਨਾਂ ਕਰਕੇ ਤੇ ਇਹ ਵੇਖਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਜਿਹੜਾ ਆ ਵੀ ਉਹ ਵੀ ਪਹਿਲੀ ਵਿਸਾਖ ਨੂੰ ਹੀ ਹੋਇਆ ਸੀ। ਤੇ ਜਿਹੜੀ ਪਹਿਲੀ ਵਿਸਾਖ 1469 ਦੀ ਆ ਜੀ, ਉਹ 27 ਮਾਰਚ ਦੀ। ਠੀਕ ਹੈ। ਤੇ ਜਦੋਂ ਆਪਾਂ ਦੇਖਦੇ ਹਾਂ ਵੀ ਜਿਹੜਾ ਕੈਲੰਡਰ 1999 ਦੇ ਵਿੱਚ ਆਪਾਂ ਫਿਕਸ ਕਰ ਦਿੱਤਾ, ਨਾਨਕਸ਼ਾਹੀ ਕੈਲੰਡਰ ਜਿਹੜਾ ਆ ਵੀ ਉਹਨੂੰ ਜਦੋਂ ਫਿਕਸ ਕੀਤਾ ਗਿਆ, ਉਸ ਵੇਲੇ ਵਿਸਾਖੀ ਜਿਹੜੀ ਆ ਉਹ 14 ਅਪ੍ਰੈਲ ਦੀ ਜੀ। ਸੋ 14 ਅਪ੍ਰੈਲ ਦੇ ਉੱਤੇ ਜਿਹੜੀ ਆ ਵੀ ਉਹ ਫਿਕਸ ਕਰ ਦਿੱਤੀ ਗਈ। ਹੁਣ ਇਹ ਜਿਹੜਾ ਨਾ ਜਿਹੜੇ ਕਹਿੰਦੇ ਆ ਵੀ ਇਹ ਜੀ ਵੀ ਇਹ ਡੇਟਾਂ ਬਦਲ ਦਿੱਤੀਆਂ ਗਈਆਂ ਭਈ ਜੇ ਨਾ ਉਹਨਾਂ ਦੀ ਆਰਗੂਮੈਂਟ ਜਿਹੜੀ ਦਲੀਲ ਆ ਵੀ ਉਹਦੇ ਵਿੱਚ ਇਹੀ ਹੁੰਦਾ ਵੀ ਜਿਹੜੀ ਜੀ ਵੀ ਆਖੇ 1699 ਦੀ ਵਿਸਾਖੀ ਆ ਵੀ ਉਹ ਤੇ 29 ਮਾਰਚ ਨੂੰ ਆਈ ਸੀ ਜੀ। ਹੁਣ ਇਹ ਗੱਲ ਨਹੀਂ ਸਮਝਦੇ ਪਏ ਵੀ ਡੇਟ ਕੋਈ ਨਹੀਂ ਬਦਲੀ ਗਈ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਤਰੀਕ ਵੀ ਪਹਿਲੀ ਵਿਸਾਖ ਆ ਜੀ, ਖਾਲਸਾ ਸਾਜਣ ਦੀ ਤਰੀਕ ਵੀ ਪਹਿਲੀ ਵਿਸਾਖ ਆ ਜੀ, ਤੇ ਅੱਜ ਵੀ ਉਹ ਪਹਿਲੀ ਵਿਸਾਖ ਨੂੰ ਹੀ ਦੋਵੇਂ ਮਨਾਏ ਜਾਂਦੇ ਨੇ। ਸਿਰਫ ਪਹਿਲੀ ਵਿਸਾਖ ਜਿਹੜੀ ਆ ਉਹ 1469 ਦੇ ਵਿੱਚ 27 ਮਾਰਚ ਸੀ ਜੀ, 1699 ਦੇ ਵਿੱਚ 29 ਮਾਰਚ ਹੋ ਗਈ ਤੇ ਹੁਣ ਅੱਜ ਆ ਕੇ ਤੇ ਉਹ 14 ਅਪ੍ਰੈਲ ਆ ਜੀ। ਸੋ ਤਰੀਕ ਪਹਿਲੀ ਵਿਸਾਖ ਹੀ ਆ। ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਕਹਿੰਦੇ ਆ ਵੀ ਇਦਾਂ ਕੈਲਕੂਲੇਟ ਕਰਕੇ ਵੀ 29 ਮਾਰਚ ਹੋਣੀ ਚਾਹੀਦੀ ਆ ਜੀ, ਤੁਸੀਂ ਤੇ ਇੰਨਾ ਖਲਾਰਾ ਪਾ ਲੈਣਾ ਵੀ 29 ਮਾਰਚ ਨੂੰ ਵੀ ਤੁਸੀਂ ਕਹੋਗੇ ਵੀ ਇਹ ਪਹਿਲੀ ਵਿਸਾਖ ਸੀ ਜੀ, ਤੇ 27 ਮਾਰਚ ਨੂੰ ਵੀ ਪਹਿਲੀ ਵਿਸਾਖ ਸੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ। ਤੇ ਅੱਜ ਜਿਹੜੇ ਤੁਸੀਂ ਮਨਾ ਰਹੇ ਆ ਵਿਸਾਖੀ ਕਿਹੜੀ ਨੂੰ ਲਾਉਂਗੇ ਤੁਸੀਂ ਫਿਕਸ ਕਰੋਗੇ। ਔਰ ਉਹ ਤੋਂ ਬਾਅਦ ਖਾਸ ਤੌਰ ਦੇ ਉੱਤੇ ਵੀ ਜਦੋਂ ਕੈਲੰਡਰ ਦੇ ਵਿੱਚ ਜਿਹੜਾ ਇਹ ਜੂਲੀਅਨ ਗ੍ਰੈਗੋਰੀਅਨ ਕੈਲੰਡਰ ਆ ਵੀ ਇਹ ਉਦੋਂ ਬਣਿਆ ਜਦੋਂ ਜੂਲੀਅਨ ਕੈਲੰਡਰ ਦੇ ਵਿੱਚ ਉਹਨਾਂ ਨੇ ਦਿਨ ਐਡ ਕਰ ਦਿੱਤੇ। ਯਾਨੀ ਕਿ ਅੰਗਰੇਜ਼ਾਂ ਦੇ ਵਿੱਚ ਜਿਹੜਾ ਆ ਇੰਗਲੈਂਡ ਦੇ ਵਿੱਚ ਭਈ ਇੱਕ ਦਿਨ ਮੰਨ ਲਓ ਭਈ 1 ਫਰਵਰੀ ਆ ਜੀ ਤੇ ਅਗਲੇ ਦਿਨ 11 ਦਿਨ ਐਡ ਕਰਕੇ 12 ਫਰਵਰੀ ਹੋ ਗਈ। ਠੀਕ ਹੈ। ਯਾਨੀ ਅੱਜ 1 ਫਰਵਰੀ ਆ, ਕੱਲ 12 ਫਰਵਰੀ ਹੋ ਗਈ। ਹੁਣ ਉਹਦੇ ਵਿੱਚ ਵੀ ਤੁਸੀਂ ਕਹੋ ਭਈ ਇਹ ਭਈ ਜੀ ਇਹ ਉਹ ਠੀਕ ਆ ਸਭ ਕੁਝ ਤੇ ਉਹਨੂੰ ਤੁਸੀਂ ਕੰਸੀਡਰ ਵੀ ਨਾ ਕਰੋ। ਬਿਲਕੁਲ। ਤੇ ਇੱਥੇ ਤੁਸੀਂ ਮਤਲਬ ਵੀ ਉਹ ਧੁੱਸ ਜਿਹੜੀ ਆ ਵੀ ਉਹ ਦਈ ਚੱਲੋ ਤਰੀਕ ਦੇ ਉੱਤੇ ਤੇ ਉਹ ਕੋਈ ਸੈਂਸ ਨਹੀਂ ਬਣਦੀ। ਸੋ ਇਸ ਕਰਕੇ ਵੀ ਭਾਈ ਵੀ ਜਦੋਂ ਕੋਈ ਸਟੈਂਡ ਲੈਣਾ ਹੁੰਦਾ ਆ ਥੋੜਾ ਜਿਹਾ ਟਾਈਮ ਲਾ ਕੇ ਤੇ ਉਹ ਜਿਹੜਾ ਵਿਸ਼ਾ ਆ ਨਾ ਉਹਦੇ ਉੱਤੇ ਥੋੜੀ ਜਿਹੀ ਸਟੱਡੀ ਕਰਿਆ ਕਰੋ। ਬਿਲਕੁਲ ਬਿਲਕੁਲ ਭਈ ਇਹਦੇ ਵਿੱਚ ਨੁਕਤੇ ਕੀ ਨੇ। ਸਹੀ ਗੱਲ ਹੈ ਜੀ। ਖਾਸ ਤੌਰ ਤੇ ਵੀ ਜਦੋਂ ਦੂਜੀ ਸਾਈਡ ਦੇ ਉੱਤੇ ਵੀ ਜਿਹੜੇ ਜਿਨ੍ਹਾਂ ਨੇ ਵੀ ਜਿੱਦਾਂ ਪਾਲ ਸਿੰਘ ਪੂਰੇਵਾਲ ਹੋ ਗਏ ਜਾਂ ਇਤਿਹਾਸਕਾਰ ਜਿਹੜੇ ਐਗਰੀ ਕਰਦੇ ਉਹਨਾਂ ਦੇ ਨਾਲ ਡਾਕਟਰ ਕਿਰਪਾਲ ਸਿੰਘ ਹੁਣੀ ਤੇ ਹੋਰ ਭਈ ਉਹ ਇਹਨਾਂ ਵਿਸ਼ਿਆਂ ਦੇ ਮਾਹਰ ਨੇ ਜੀ। ਬਿਲਕੁਲ। ਤੇ ਅਸੀਂ ਇੱਕ ਦਿਨ ਉੱਠ ਕੇ ਤੇ ਬਸ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਵੀ ਲੈ ਇਹ ਕਿੱਦਾਂ ਹੋ ਗਿਆ ਤਾਂ ਡੇਟਾ ਬਦਲ ਦਿੱਤੀਆਂ ਤੇ ਉਹ ਸਾਰਾ ਜਿਹੜਾ ਆ ਵੀ ਉਹ ਭਾਈ ਵੀ ਠੀਕ ਆ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਹੱਕ ਦਿੱਤੇ ਆ ਪਰ ਉਹ ਹੱਕ ਜਿਹੜੇ ਆ ਵੀ ਉਹ ਗਿਆਨ ਦੀ ਕਸਵੱਟੀ ਦੇ ਉੱਤੇ ਸਾਨੂੰ ਵਰਤਣੇ ਚਾਹੀਦੇ ਆ ਨਾ ਕਿ ਧੁੱਸ ਦੇਣ ਦੇ ਉੱਤੇ ਜਾਂ ਕਿਸੇ ਦੇ ਵਰਗਲਾਏ ਦੇ ਉੱਤੇ। ਸੋ ਉਹ ਚੀਜ਼ ਦਾ ਆਪਾਂ ਜ਼ਰੂਰ ਧਿਆਨ ਰੱਖੀਏ। ਸਹੀ ਗੱਲ। ਫਿਰ ਉਹ ਕਹਿੰਦੇ ਨੇ ਵੀ ਜਿਹੜੀ ਵਿਸਾਖੀ ਸੀਗੀ 1699 ਦੀ ਵੀ ਉਦੋਂ ਗੁਰੂ ਪਾਤਸ਼ਾਹ ਨੇ ਭਈ ਕਿਰਪਾਨ ਖਿੱਚੀ ਜੀ ਤੇ 5 ਜਿਹੜੇ ਸ਼ਹੀਦ ਨੇ ਵੀ ਉਹਨਾਂ ਦੀ ਮੰਗ ਕੀਤੀ ਜੀ। ਬਿਲਕੁਲ। Each of the 5 was taken into a tent, one at a time, the Guru emerging each time with his sword dripping with what seemed like human blood. Ji. Then the 5 were brought out alive. Guru Gobind Singh named them the Panj Pyare, the beloved 5, and baptized them. ਯਾਨੀ ਕਿ ਖੰਡੇ ਦੀ ਪੌਲ ਛਕਾਈ ਉਹਨਾਂ ਨੂੰ। ਬਿਲਕੁਲ। ਤੇ 5 ਪਿਆਰੇ ਜਿਹੜੇ ਆ ਵੀ ਉਹ ਸਾਜ ਦਿੱਤੇ ਗਏ। Water was sweetened and stirred with the khanda or double-edged sword. Each drank handfuls of the water which was also sprinkled over them, a ceremony that today's born again Sikhs still follow. ਸੋ ਇੱਥੇ ਵੀ ਜਿਹੜੀ ਮੇਨ ਗੱਲ ਆ ਭਾਈ ਸਾਨੂੰ ਸਾਰਿਆਂ ਨੂੰ ਸਮਝਣੇ ਵਾਲੀ ਆ ਵੀ ਜਦੋਂ ਕੋਈ ਗੈਰ ਸਿੱਖ ਜਿਹੜਾ ਆ ਉਹ ਸਿੱਖ ਬਣਦਾ ਆ ਤੇ ਉਹਦੇ ਲਈ ਖੰਡੇ ਦੀ ਪੌਲ ਲੈਣੀ ਜਿਹੜੀ ਆ ਉਹ ਲਾਜ਼ਮੀ ਆ ਜੀ। ਇੱਕੋ ਹੀ ਤਰੀਕਾ ਸਿੱਖ ਸੱਜਣੇ ਦਾ। ਜਿਹੜੀ ਇਹ ਪਿਰਤ ਸਾਡੇ ਵਿੱਚ ਤੁਰ ਪਈ ਆ ਨਾ ਵੀ ਅਸੀਂ ਸਿੱਖਾਂ ਦੇ ਘਰ ਜੰਮੇ ਇਸ ਕਰਕੇ ਅਸੀਂ ਸਿੱਖ ਆ ਉਹਨੂੰ ਸਾਨੂੰ ਸਾਰਿਆਂ ਨੂੰ ਰੀਕਨਸੀਡਰ ਕਰਨੇ ਦੀ ਲੋੜ ਆ ਭਈ ਜਿੰਨੀ ਦੇਰ ਤੱਕ ਅਸੀਂ ਖੰਡੇ ਦੀ ਪੌਲ ਨਹੀਂ ਲਈ ਜੀ ਉਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਵਜੋਂ ਸਮਝੀਏ ਤੇ ਜਿਹੜੀ ਆਪਣੀ ਸਿੱਖੀ ਦੀ ਸਮਝ ਆ ਉਹਨੂੰ ਵਧਾਈਏ ਤੇ ਉਹ ਤੋਂ ਬਾਅਦ ਫਿਰ ਉਹ ਮੂਵਮੈਂਟ ਡਿਸਾਈਡ ਕਰੀਏ ਵੀ ਜਦੋਂ ਗੁਰੂ ਪਾਤਸ਼ਾਹ ਨੇ ਜਦੋਂ ਖੜੇ ਹੋ ਕੇ ਤੇ ਕਿਰਪਾਨ ਖਿੱਚ ਕੇ ਤੇ ਕਿਹਾ ਆ ਵੀ ਉਹ ਆਓ ਖੜਾ ਹੋਵੇ ਵੀ ਜਿਹੜਾ ਗੁਰੂ ਲਈ ਸੀਸ ਦੇਣ ਲਈ ਤਿਆਰ ਆ ਜੀ। ਬਿਲਕੁਲ।
ਤੇ ਉਹ ਫਿਰ ਅਸੀਂ ਉਹ ਸਵਾਲ ਦੇ ਜਵਾਬ ਦੇ ਵਿੱਚ ਖੜੇ ਹੋਣ ਦਾ ਜਿਹੜਾ ਸਮਾਂ ਆ ਸਾਡਾ ਉਹ ਮਿੱਥੀ ਹੈ ਜੀ ਬਿਲਕੁਲ। ਤੇ ਫਿਰ ਅਸੀਂ ਮਤਲਬ ਵੀ ਉਹ ਜਿਹੜਾ ਅਗਲਾ ਪੜਾਅ ਆ ਸਾਡੇ ਸਿੱਖੀ ਰਾਹ ਦੇ ਉੱਤੇ ਸਫ਼ਰ ਦਾ ਵੀ ਉਹਦੇ ਉੱਤੇ ਅਸੀਂ ਪਹੁੰਚ ਸਕਦੇ ਹਾਂ, ਨਹੀਂ ਤਾਂ ਆਪਾਂ ਭੁਲੇਖਿਆਂ 'ਚ ਹੀ ਰਹਿਣਾ ਆ। ਨਹੀਂ ਤਾਂ ਫਿਰ ਅਸੀਂ ਇੱਦਾਂ ਦੀਆਂ ਜਿਹੜੀਆਂ ਦਲੀਲਾਂ ਉਹ ਘੜਨੀਆਂ ਨੇ ਵੀ ਲੈ ਵੀ ਉਹਨੇ ਬਾਦਲ ਨੇ ਵੀ ਕਿਰਪਾਨ ਪਾਈ ਆ, ਵੀ ਬਾਦਲ ਨੇ ਵੀ ਸਰੂਪ ਰੱਖਿਆ, ਵੀ ਉਹ ਕੀ ਕਰੀ ਜਾਂਦਾ। ਸਹੀ ਗੱਲ। ਸੋ ਉਹ ਜਿਹੜੀਆਂ ਦਲੀਲਾਂ ਨੇ ਵੀ ਉਹ ਭਾਈ ਵੀ ਇੱਦਾਂ ਹੀ ਆ ਵੀ ਜਿੱਦਾਂ ਨਾ ਇੱਕ ਉਹ ਜਿਹੜੇ ਵੈਨ ਡਾਇਗਰਾਮ ਹੁੰਦੇ ਆ ਉਹਦੇ ਵਿੱਚ ਇਹ ਹੁੰਦਾ ਵੀ ਉਹ ਤੁਹਾਨੂੰ ਦੇ ਦਿੰਦੇ ਆ ਵੀ ਇਹ ਵੀ ਜਿੱਦਾਂ ਇੱਕ ਸਟੇਟਮੈਂਟ ਆ ਵੀ 올 ਸਰਜਨਸ ਆਰ ਡਾਕਟਰਸ ਜੀ ਬਟ 올 ਡਾਕਟਰਸ ਆਰ ਨਾਟ ਸਰਜਨਸ ਤੇ 올 ਡੈਂਟਿਸਟਸ ਆਰ ਡਾਕਟਰਸ ਬਟ 올 ਡਾਕਟਰਸ ਆਰ ਨਾਟ ਡੈਂਟਿਸਟ। ਇੱਦਾਂ ਦੀਆਂ ਸਟੇਟਮੈਂਟਾਂ ਦੇਤੀਆਂ। ਫਿਰ ਉਹ ਕਹਿੰਦੇ ਆ ਵੀ ਹੁਣ ਇਹਨੂੰ ਡਾਇਗਰਾਮ ਦੇ ਰੂਪ ਦੇ ਵਿੱਚ ਦਿਖਾਓ। ਫਿਰ ਉਹ ਤੁਸੀਂ ਦਿਖਾਉਂਦੇ ਆ ਵੀ ਇੱਕ ਆਹ ਸਰਕਲ ਆ ਭਈ ਇਹ ਡਾਕਟਰ ਨੇ ਜੀ ਸਾਰੇ, ਜਿਹੜਾ ਵੱਡਾ ਸਰਕਲ ਆ। ਫਿਰ ਉਹਦੇ ਅੰਦਰ ਤੁਸੀਂ ਇੱਕ ਹੋਰ ਛੋਟਾ ਸਰਕਲ ਲਾਉਂਦੇ ਆ ਜੀ, ਇਹ ਸਾਰੇ ਡੈਂਟਿਸਟ ਨੇ, ਆਹ ਦੂਜਾ ਸਰਕਲ ਇਹ ਸਾਰੇ ਸਰਜਨ ਨੇ ਜੀ। ਪਰ ਉਹ ਫਿਰ ਉਹ ਸਾਰਾ ਜਿਹੜਾ ਹਿਸਾਬ ਕਿਤਾਬ ਆ ਵੀ ਉਸ ਹਿਸਾਬ ਨਾਲ ਤੁਸੀਂ ਡਿਸਕ੍ਰਾਈਬ ਕਰਦੇ ਆ। ਬਿਲਕੁਲ। ਸੋ ਉਹ ਇਹ ਉਸੇ ਤਰ੍ਹਾਂ ਹੀ ਆ ਵੀ ਜਿਹੜਾ ਵੈਨ ਡਾਇਗਰਾਮ ਆ ਨਾ ਵੀ ਉਹਦੇ ਵਿੱਚ ਹੀ ਆ ਵੀ ਠੀਕ ਆ ਵੀ ਅਸੀਂ ਸਿੱਖ ਪਰਿਵਾਰ 'ਚ ਜੰਮੇ ਆ, ਅਸੀਂ ਆਪਣੇ ਆਪ ਨੂੰ ਹੋਰ ਕਿਸੇ ਧਰਮ ਦੇ ਨਾਲ ਨਹੀਂ ਆਇਡੈਂਟੀਫਾਈ ਕਰਦੇ ਜੀ। ਬਿਲਕੁਲ। ਪਰ ਜਿਹੜੀਆਂ ਸਿੱਖੀ ਦੀਆਂ ਸ਼ਰਤਾਂ ਆ ਉਹ ਪੂਰੀਆਂ ਕਰਨ ਵਾਲੇ ਪਾਸੇ ਨੂੰ ਅਸੀਂ ਜ਼ਰੂਰ ਆਪਣੀ ਜਿਹੜੀ ਪ੍ਰੋਗਰੈਸ ਆ ਉਹ ਆਪ ਮਿੱਥੀਏ। ਸਹੀ ਗੱਲ। ਗੁਰੂ ਪਾਤਸ਼ਾਹ ਨੇ ਕੋਈ ਉਮਰ ਨਹੀਂ ਦਿੱਤੀ ਬਈ ਐਸ ਉਮਰੇ ਤੁਸੀਂ ਬਈ ਖੰਡੇ ਦੀ ਪੌਲ ਲੈਣੀ ਹੈ, ਪਰ ਜਿਹੜੀ ਆਜ਼ਾਦੀ ਉਹਨਾਂ ਨੇ ਸਾਨੂੰ ਦਿੱਤੀ ਆ ਆਪ ਡਿਸਾਈਡ ਕਰਨੇ ਦੀ, ਉਹਨੂੰ ਤੇ ਐਕਸਰਸਾਈਜ਼ ਕਰੀਏ। ਬਿਲਕੁਲ। ਸੋ ਉਹ ਜਿਹੜੀ ਚੀਜ਼ ਆ ਨਾ ਵੀ ਉਹਦੇ ਲਈ ਸਾਨੂੰ ਸਾਰਿਆਂ ਨੂੰ ਹੀ ਯਤਨਸ਼ੀਲ ਹੋਣ ਦੀ ਲੋੜ ਆ ਜੀ ਭਈ, ਤਾਂ ਕਿ ਵੀ ਜਿਹੜੀ ਆਪਣੀ ਸਾਡੀ ਪ੍ਰੋਗਰੈਸ ਆ ਉਹ ਆਪਣੀ ਸਪੀਡ ਦੇ ਉੱਤੇ ਅਸੀਂ ਆਪ ਡਿਸਾਈਡ ਕਰੀਏ। ਬਿਲਕੁਲ। ਪਰ ਇਹ ਜ਼ਰੂਰ ਦੇਖੀ ਚੱਲੀਏ ਵੀ ਕੀ ਅਸੀਂ ਪ੍ਰੋਗਰੈਸ ਕਰ ਰਹੇ ਹਾਂ। ਬਿਲਕੁਲ। ਜੇ ਖੜੋਤ ਆ ਗਈ ਆ ਫਿਰ ਉਹ ਪ੍ਰੋਬਲਮ ਹੈ। ਨਹੀਂ, ਉਹ ਬਿਲਕੁਲ ਭਾਜੀ, ਇਹ ਜਿੱਦਾਂ ਆਪਣੇ ਆਪ 'ਚ ਇੱਕ ਬੜਾ ਵੱਡਾ ਕਨਸੈਪਟ ਆ ਜਿਹੜਾ ਕਾਫੀ ਸਮਾਂ ਮੰਗਦਾ ਇਹਦੇ ਉੱਤੇ ਗੱਲਬਾਤ ਰਾਹੀਂ। ਅਤੇ ਉਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਇੱਥੇ ਜਿਹੜੇ ਜਿੱਦਾਂ ਹੁਣ ਪੇਰੈਂਟਸ ਦਾ ਵੀ ਆਪਣਾ ਇੱਕ ਰੋਲ ਆ, ਬਾਕੀ ਸਮਾਜ ਦਾ ਵੀ ਆਪਣਾ ਇੱਕ ਰੋਲ ਆ, ਪੇਰੈਂਟਸ ਦਾ ਆਪਣਾ ਰੋਲ ਆ, ਜਿਹੜੀ ਵੈਲਿਊਜ਼ ਉਹਨਾਂ ਕੋਲ ਹੈਗੀਆਂ ਆ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਡਿਲੀਵਰ ਕਰਨੀਆਂ ਹੈਗੀਆਂ ਆ। ਨਹੀਂ ਤਾਂ ਕਈ ਸ਼ੈਤਾਨ ਫਿਰ ਆ ਜਾਂਦੇ ਕਿ ਭਾਈ ਉਹ ਇਹਨਾਂ ਸਟੇਟਮੈਂਟਾਂ ਦਾ ਜਿਹੜਾ ਉਹਨਾਂ ਨੂੰ ਅਬਿਊਜ਼ ਕਰਨ ਲੱਗ ਜਾਂਦੇ ਨੇ, ਮਿਸਯੂਜ਼ ਕਰਨ ਲੱਗ ਜਾਂਦੇ ਹੈਗੇ ਆ ਕਿ ਭਾਈ ਸਾਨੂੰ ਆਪਣੇ ਬੱਚਿਆਂ ਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ ਆ, ਜੇ ਇਹਨਾਂ ਨੇ ਸਿੱਖ ਬਣਨਾ ਹੋਏਗਾ ਬਣ ਜਾਣਗੇ। ਜਿੱਦਾਂ ਹੁਣ ਇਹਨੇ ਖੱਪ ਗਰੇਡਾ ਨੇ ਹਰਨੇਕ ਨੇ ਆਪਣੇ ਬੱਚੇ ਦੇ ਬਾਲ ਕਟਾਏ ਸੀ, ਉਹਨੇ ਵੀ ਇਹੀ ਸਟੇਟਮੈਂਟਾਂ ਦਿੱਤੀਆਂ ਸੀਗੀਆਂ ਕਿ ਅਸੀਂ ਆਪਣੇ ਬੱਚੇ ਨੂੰ ਖੁੱਲ੍ਹਾ ਛੱਡ ਦਈਏ। ਅਤੇ ਉਹ ਫਿਰ ਉੱਥੇ ਇਹ ਵੀ ਸਵਾਲ ਬਣਦਾ ਹੈ ਕਿ ਖੁੱਲ੍ਹਾ ਛੱਡ ਕੇ ਭਾਈ ਤੂੰ ਕਿਹੜੇ ਧਰਮ 'ਤੇ ਉਹਨਾਂ ਨੂੰ ਸਟੱਡੀ ਕਰਾ ਰਿਹਾ ਆ। ਮਤਲਬ ਕਈ ਉਹਦੇ ਵਿੱਚ ਗਾਹਾਂ 'ਤੇ ਗਾਹਾਂ ਸਟੈਪ ਹੈਗੇ ਆ। ਕਹਿਣ ਦਾ ਭਾਵ ਮੇਰਾ ਇਹ ਹੈਗਾ ਆ। ਅਤੇ ਬਾਕੀ ਜਦੋਂ ਫਿਰ ਇੱਦਾਂ ਬਾਕੀ ਜੋ ਮੋਟੀ ਗੱਲ ਇਹ ਹੈ ਕਿ ਜਦੋਂ ਜਿਹੜੇ ਹੁਣ ਹੈਗੇ ਹੀ ਬੇਈਮਾਨ ਆ, ਜਾਂ ਕਹਿ ਲਓ ਕਿ ਜਿਨ੍ਹਾਂ ਦੇ ਇਹੋ ਜਿਹੇ ਸਟੇਟਮੈਂਟਾਂ ਨਲਾਇਕੀ 'ਚੋਂ ਨਿਕਲਦੇ ਵੀ ਉਹਨੇ ਵੀ ਗਾਤਰਾ ਪਾਇਆ, ਉਹਨੇ ਕੀ ਮਾਰਕਾ ਮਾਰ ਲਿਆ ਜਾਂ ਉਹਨੇ ਕੀ ਪ੍ਰਾਪਤ ਕਰ ਲਿਆ, ਉਹ ਜਾਂ ਤਾਂ ਉਹਦੀ ਨਲਾਇਕੀ 'ਚੋਂ ਇਹ ਸਟੇਟਮੈਂਟ ਨਿਕਲਦੀ ਹੈ ਜਾਂ ਉਹ ਬੰਦਾ ਬੇਈਮਾਨ ਹੈਗਾ ਆ। ਉਹ ਜਿਹੜਾ ਗੁਰੂ ਸਾਹਿਬ ਵਾਲਾ ਦੱਸਿਆ ਮਾਰ ਗਿਆ ਉੱਤੇ ਤੁਰਨਾ ਨਹੀਂ ਚਾਹੁੰਦਾ ਹੈਗਾ, ਕਹਿਣ ਦਾ ਭਾਵ ਆ। ਅਤੇ ਉਹਦੇ ਵਿੱਚ ਵੀ ਸਾਨੂੰ ਇਹ ਸਗੋਂ ਵਿਸ਼ੇ ਨੂੰ ਵਧੀਆ ਵਿਸ਼ਾ ਇੱਕ ਇਹਨੂੰ ਖੁੱਲ੍ਹ ਕੇ ਇਹਦੇ 'ਤੇ ਵਿਚਾਰ ਵੀ ਹੋਣੀ ਚਾਹੀਦੀ ਹੈ ਕਿ ਕਿੱਦਾਂ ਇਹਨੂੰ ਆਪਾਂ ਆਪਣੇ ਬੱਚਿਆਂ ਤੱਕ ਕਿੱਦਾਂ ਸਿੱਖੀਜ਼ਮ ਜਿਹੜੀਆਂ ਬੇਸਿਕ ਹੈਗੀਆਂ ਸਿੱਖੀ ਦੀਆਂ ਜਿਹੜੀਆਂ ਰੂਟਸ ਹੈ ਕਿੱਦਾਂ ਉਹਨਾਂ ਦੇ ਅੰਦਰ ਲਾਉਣੀਆਂ ਹੈਗੀਆਂ ਅਤੇ ਕਿੱਦਾਂ ਆਪਾਂ ਆਪਣੇ ਜਿਹੜੀਆਂ ਸਿਧਾਂਤ ਹੈ ਉਹਨਾਂ ਨੂੰ ਡਿਲੀਵਰ ਕਰਨੇ ਹੈ। ਨਹੀਂ, ਬਿਲਕੁਲ ਬਹੁਤ ਵਧੀਆ ਪੁਆਇੰਟ ਹੈ ਜੀ ਵੀ ਜਿੱਦਾਂ ਹੁਣ ਵੀ ਆਹ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਵੀ ਇਹ ਵੀ ਨਿਆਣੇ ਨੂੰ ਖੁੱਲ੍ਹਾ ਛੱਡ ਦੇਣਾ ਚਾਹੀਦਾ ਆ ਜੀ। ਵੀ ਉਹਦਾ ਆਖੇ ਵੀ ਉਹ ਇਹ ਲੈਂਦਾ ਮੀਨਿੰਗ ਵੀ ਇਹ ਵੀ ਕੇਸ ਵੀ ਕਤਲ ਕਰਾ ਦਿਓ, ਸਭ ਕੁਝ ਕਰ ਦਿਓ। ਮਤਲਬ ਵੀ ਇਹ ਤਾਂ ਬੇਈਮਾਨੀ ਜਿਹੜੀ ਹੈ ਨਾ ਉਹ ਇੱਥੋਂ ਪਤਾ ਲੱਗ ਜਾਂਦੀ ਆ ਵੀ ਜਦੋਂ ਉਸੇ ਨਿਆਣੇ ਨੇ ਵੀ ਕਹਿਣਾ ਆ ਵੀ ਮੈਂ ਗੱਡੀ ਚਲਾਉਣੀ ਸਿੱਖਣੀ ਆ ਜੀ, ਉਸ ਵੇਲੇ ਸਾਰੇ ਕਾਨੂੰਨ ਜਿਹੜੇ ਆ ਉਹ ਐਨ ਫੋਲੋ ਹੋਣੇ ਆ। ਕਾਕਾ ਧਿਆਨ ਰੱਖੀ, ਪਹਿਲਾਂ ਤੈਨੂੰ ਵੀ ਆਹ ਸੀਟ ਬੈਲਟ ਜਿਹੜੀ ਆ ਵੀ ਇਹ ਲਾਉਣੀ ਪੈਣੀ ਆ ਬੈਠਣ ਲੱਗਿਆ, ਉਹ ਤੋਂ ਵੀ ਪਹਿਲਾਂ ਤੈਨੂੰ ਅਰਜੀ ਦੇਣੀ ਪੈਣੀ ਆ ਵੀ ਮੈਂ ਲਰਨਰ ਲਾਇਸੈਂਸ ਲੈਣਾ ਆ। ਤੇਰੀ ਏਜ ਲਿਮਿਟ ਹੈ, ਉਮਰ ਜਿਹੜੀ ਆ ਵੀ ਆਹੋ ਅਜੇ ਉੱਥੇ ਤੱਕ ਪਹੁੰਚਿਆ ਨਹੀਂ। ਉਮਰ ਜਿਹੜੀ ਆ ਵੀ ਜਦੋਂ ਇੰਨੀ ਹੋ ਗਈ ਉਦੋਂ ਤੂੰ ਅਰਜੀ ਲਾਏਗਾ, ਉਸ ਤੋਂ ਬਾਅਦ ਫਿਰ ਤੂੰ ਆ ਟੈਸਟ ਦੇਏਗਾ, ਫਿਰ ਤੂੰ ਲਰਨਰ ਲਾਇਸੈਂਸ ਲਏਗਾ, ਉਸ ਤੋਂ ਬਾਅਦ ਫਿਰ ਹੁਣ ਜਦੋਂ ਤੂੰ ਗੱਡੀ 'ਚ ਬੈਠਣਾ ਹੈ ਤੇ ਤੈਨੂੰ ਆਹ ਸੀਟ ਬੈਲਟ ਜਿਹੜੀ ਇਹ ਲਾਣੀ ਪੈਣੀ ਆ। ਇਹ 'ਚ ਆਜ਼ਾਦੀ ਤੇ ਉਹਦੇ ਵਾਲਾ ਕੋਈ ਕੰਮ ਨਹੀਂ ਹੈਗਾ। ਤੇ ਫਿਰ ਉਸ ਵੇਲੇ ਜੇ ਬੰਦਾ ਉਹ ਨਿਆਣਾ ਜਿਹੜਾ ਵੀ ਉਹ ਕਹਿ ਦੇਵੇ ਲੈ ਬਾਪੂ ਕਮਾਲ ਕਰਦਾ ਆ ਵੀ ਉਹ ਫਲਾਨਾ ਨਿਆਣਾ ਜਿਹੜਾ ਸੀਗਾ ਵੀ ਉਹਨੇ ਸੀਟ ਬੈਲਟ ਲਾਈ ਹੋਈ ਸੀ, ਉਹਦਾ ਐਕਸੀਡੈਂਟ ਹੋਇਆ, ਉਹ ਫੇਰ ਵੀ ਮਰ ਗਿਆ।
ਬਹੁਤ ਵਧੀਆ ਬੇਈਮਾਨੀਆਂ ਪਤਾ ਲੱਗਦੀਆਂ ਨੇ, ਬਹੁਤ ਢੁਕਵੀਂ ਐਗਜ਼ਾਮਪਲ ਆ ਵੀ ਇਹ ਜਿਹੜੇ ਤਰਕ ਦਿੰਦੇ ਨੇ ਉਹ ਕਿਹੜੇ ਘਟੀਆ ਪੱਧਰ ਦੇ ਤਰਕ ਨੇ ਤੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਸਿਰਫ ਆਪਣੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਨੂੰ ਜਸਟੀਫਾਈ ਕਰਨ ਲਈ ਵੀ ਇਹ ਜਿਹੜੀ ਇੱਕ ਤਰਕ ਆ ਵੀ ਉਹ ਘੜੇ ਜਾਂਦੇ ਨੇ। ਬਿਲਕੁਲ ਭਾਜੀ ਸਹੀ ਗੱਲ ਹੈ। ਨਹੀਂ ਇਹਦੇ ਨਾਲ ਭਾਜੀ ਇੱਕ ਹੋਰ ਮੈਂ ਇਹਨਾਂ ਦੀ ਬੇਈਮਾਨੀ ਦੱਸ ਦਿੰਦਾ। ਹੁਣ ਜਿਹੜੇ ਆ ਉਹ ਹੈਗੇ ਗਿਆਨੀ ਲਖਵੀਰ ਸਿੰਘ, ਜਿਹੜੇ ਆਪਣੇ ਨੂੰ ਗਿਆਨੀ ਕਹਿੰਦੇ ਆ, ਹੁਣ ਉਹਨਾਂ ਨੂੰ ਇਤਿਹਾਸ ਨੂੰ ਦੇਖਣ ਦਾ ਤਰਕ ਸੁਣ ਲਿਓ। ਹੁਣ ਉੱਥੇ ਕੋਈ ਯਾਦਵਿੰਦਰ ਹੈ ਤੇ ਉਹਨੇ ਲਿਖਿਆ ਹੈ ਕਿ ਗਿਆਨੀ ਲਖਵੀਰ ਸਿੰਘ ਨੇ ਜਿਹੜੇ ਪੁੱਛਦੇ ਨਾ ਕਿ ਤੁਸੀਂ ਇਤਿਹਾਸ ਕਿੱਥੋਂ ਪੜ੍ਹਿਆ, ਬੜਾ ਸੋਹਣਾ ਜਵਾਬ ਦਿੱਤਾ ਆ। ਤੇ ਅੱਗੇ ਲਿਖਦਾ ਹੈ ਕਿ ਜਿਨ੍ਹਾਂ ਨੇ ਪਹਿਲਾਂ ਇਤਿਹਾਸ ਲਿਖਿਆ ਉਹ ਵੀ ਕੋਈ ਗੁਰੂ ਪਾਤਸ਼ਾਹ ਜੀ ਦੇ ਗੜਵਈ ਨਹੀਂ ਰਹੇ, ਭਾਵ ਕਿ ਉਹਨਾਂ ਵਿੱਚ ਵੀ ਕੋਈ ਗੁਰੂ ਪਾਤਸ਼ਾਹ ਜੀ ਦੇ ਨਾਲ ਨਹੀਂ ਰਿਹਾ। ਉਹਨਾਂ ਵਿੱਚੋਂ ਕਿਸੇ ਨੇ 100 ਸਾਲ ਬਾਅਦ ਇਤਿਹਾਸ ਲਿਖਿਆ, ਕਿਸੇ ਨੇ 200-400 ਸਾਲ ਬਾਅਦ ਲਿਖਿਆ। ਲੋਕਾਂ ਤੋਂ ਸੁਣ ਕੇ, ਕਿਸੇ ਦਾ ਕੁਛ ਲਿਖਿਆ ਪੜ੍ਹ ਕੇ ਜਿੰਨੇ ਕੁ ਸਰੋਤ ਮਿਲ ਸਕੇ ਉਹਨਾਂ ਵਿੱਚੋਂ ਉਹਨਾਂ ਦੀ ਆਪਣੀ ਮੱਤ ਅਨੁਸਾਰ ਜੋ ਰਾਏ ਬਣੀ ਉਹ ਜਿਹਾ ਉਹਨਾਂ ਨੇ ਲਿਖ ਦਿੱਤਾ। ਇਤਿਹਾਸ ਦੇ ਪ੍ਰਤੀ ਇਤਿਹਾਸਕਾਰਾਂ ਦਾ ਆਪਣਾ ਨਜ਼ਰੀਆ ਹੈ। ਉਸੇ ਤਰ੍ਹਾਂ ਹੀ ਸਾਡੇ ਕੋਲ ਜੋ ਕੁਝ ਉਪਲਬਧ ਹੈ ਉਸੇ ਵਿੱਚੋਂ ਜੋ ਸਾਡੀ ਸਮਝ ਬਣਦੀ ਹੈ ਅਸੀਂ ਉਸ ਤਰ੍ਹਾਂ ਇਤਿਹਾਸ ਦੱਸ ਰਹੇ ਹਾਂ। ਕਮਾਲ ਦਾ ਜਵਾਬ ਦਿੱਤਾ ਗਿਆਨੀ ਲਖਵੀਰ ਸਿੰਘ ਜੀ ਨੇ, ਯਾਨੀ ਕਿ ਕਿੱਦਾਂ ਚਾਪਲੂਸੀ ਵੀ ਕੀਤੀ ਜਾ ਰਹੀ ਹੈ, ਚਾਪਲੂਸੀ ਵੀ ਆ, ਔਰ ਲਖਵੀਰ ਸਿੰਘ ਨੂੰ ਆਖੇ ਵੀ ਫੂਕ ਛਕਾਈ ਜਾ ਰਹੀ ਆ ਵੀ ਚੜ ਜਾ ਬੇਟਾ, ਹੁਣ ਇਹਨੂੰ ਚੜਾਇਆ ਜਾ ਰਿਹਾ ਸੂਲੀ ਤੇ, ਰੱਬ ਭਲੀ ਕਰੂ। ਬਿਲਕੁਲ ਉਹ ਅਸਲ ਦੇ ਵਿੱਚ ਵੀ ਇਹਨੂੰ ਪੁੱਛ ਲਓ ਵੀ ਲਖਵੀਰ ਸਿੰਘ ਨੂੰ, ਵੀ ਮੈਂ ਸੁਣਿਆ ਨਹੀਂ ਜੀ, ਸੋ ਵੀ ਜੇ ਲਖਵੀਰ ਸਿੰਘ ਨੇ ਵੀ ਇਹ ਜਵਾਬ ਦਿੱਤਾ, ਲਾਹਨਤ ਆ ਭਰਾਵਾ ਤੇਰੇ ਤੇ ਵੀ ਜੇ ਤੈਨੂੰ ਅਜੇ ਤੱਕ ਇੰਨਾ ਵੀ ਪਤਾ ਨਹੀਂ ਲੱਗਿਆ ਵੀ ਇਤਿਹਾਸ ਲਿਖਿਆ ਕਿੱਦਾਂ ਜਾਂਦਾ। ਬਿਲਕੁਲ ਭਈ ਇਤਿਹਾਸ ਜਿਹੜਾ ਆ ਉਹ ਐਵੇਂ ਹਵਾ ਦੇ ਵਿੱਚੋਂ ਨਹੀਂ ਲਿਖ ਦਿੱਤਾ ਜਾਂਦਾ। ਸਹੀ ਗੱਲ ਆ। ਭਈ ਜਦੋਂ ਜਿਹੜੇ ਬੰਦੇ ਜਿੱਦਾਂ ਈਵਨ ਜਿਹੜੇ ਅਗਿਆਨੀ ਗਿਆਨ ਸਿੰਘ ਆ ਜੀ, ਜਦੋਂ ਉਹਨਾਂ ਨੇ ਵੀ ਇਤਿਹਾਸ ਲਿਖਿਆ ਆ ਤੇ ਉਹਨਾਂ ਨੇ ਇਹ ਨਹੀਂ ਕੀਤਾ ਵੀ ਉਦਾਂ ਹੀ ਲਿਖ ਦਿੱਤਾ। ਉਹ ਪਿੰਡ ਜਾ ਕੇ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲ ਕਰਕੇ ਤੇ ਫਿਰ ਉਹਦੇ ਵਿੱਚੋਂ ਜਦੋਂ ਕਹਿ ਲਓ ਵੀ ਇਹ ਵੀ ਇੱਕ ਅੰਮ੍ਰਿਤਸਰ ਦਾ ਪਿੰਡ ਆ ਜੀ ਤੇ ਇੱਕ ਉਧਰੋਂ ਪਿਸ਼ਾਵਰ ਲਾਗੇ ਦਾ ਪਿੰਡ ਆ ਜੀ, ਜਦੋਂ ਦੋਵੇਂ ਪਾਸਿਆਂ ਤੋਂ ਦੋ ਬਜ਼ੁਰਗਾਂ ਨੇ ਇੱਕੋ ਗੱਲ ਕਹੀ ਆ ਭਾਈ ਏਦਾਂ ਆ ਜਿਹੜਾ ਆ ਵੀ ਉਸ ਵੇਲੇ ਕੌਮ ਦੇ ਵਿੱਚ ਵੀ ਆਹ ਵਰਤਾਰਾ ਵਾਪਰਿਆ ਤੇ ਉਹ ਆਪਣੇ ਆਪ 'ਚ ਇੰਡੀਪੈਂਡੈਂਟਲੀ ਕਨਫਰਮ ਹੁੰਦੀ ਆ, ਫੇਰ ਕਹੀ ਜਾਂਦੀ ਆ ਵੀ ਹਾਂ ਬਈ ਵੀ ਉੱਥੇ ਲਿਖੀ ਜਾਂਦੀ ਵੀ ਏਦਾਂ ਹੋਇਆ ਸੀ। ਸਹੀ ਗੱਲ ਹੈ। ਤੇ ਉਹਦੇ ਵਿੱਚ ਵੀ ਉਹ ਲਿਖਦੇ ਵੀ ਆ, ਫਿਰ ਹਵਾਲੇ ਵੀ ਦਿੰਦੇ ਆ, ਕਿਤਾਬ ਦੇ ਵਿੱਚ ਲਿਖਦੇ ਵੀ ਆ ਭਈ ਆਹ ਗੱਲ ਮੈਂ ਕਿਹਦੇ ਹਵਾਲੇ ਨਾਲ ਕਰ ਰਿਹਾ। ਬਿਲਕੁਲ। ਤੇ ਨਾਲ ਇਹ ਵੀ ਲਿਖਦੇ ਆ ਵੀ ਓਵਰਆਲ ਜਿਹੜੀ ਕਿਤਾਬ ਲਿਖੀ ਗਈ ਆ ਉਹਦੀ ਮੈਥਡੋਲੋਜੀ ਕੀ ਸੀ। ਸਹੀ ਗੱਲ ਹੈ। ਵੀ ਭਾਈ ਤੁਸੀਂ ਅੱਜ, ਮੈਂ ਕੱਲ ਵੀ ਕਿਸੇ ਨਾਲ ਗੱਲ ਕਰਦਾ ਸੀ, ਮੈਂ ਇਹੀ ਕਿਹਾ ਸੀ, ਮੈਂ ਕਿਹਾ ਵੀ ਇਹ ਬੰਦੇ ਜਦੋਂ ਬਹਿੰਦੇ ਆ ਨਾ ਰੇਡੀਓ ਦੇ ਉੱਤੇ ਤੇ ਗੱਲ ਏਦਾਂ ਕਰਦੇ ਆ ਵੀ ਜਿੱਦਾਂ ਵੀ ਇਹ ਜਿਹੜੇ ਵਿਸ਼ੇ ਤੇ ਗੱਲ ਕਰਨ ਦੇ ਵੀ ਉਹਦੇ ਮਾਹਰ ਆ। ਬਿਲਕੁਲ। ਪਰ ਇਹਨਾਂ ਤੋਂ ਵੱਡਾ ਨਲਾਇਕ ਨਹੀਂ ਹੋਣਾ ਉਸ ਵਿਸ਼ੇ ਦਾ। ਸਹੀ ਗੱਲ। ਕਿਉਂਕਿ ਸਾਨੂੰ ਪਤਾ ਆ ਵੀ ਇਹਨਾਂ ਨੇ ਕੱਖ ਨਹੀਂ ਪੜਿਆ ਹੋਇਆ। ਬਿਲਕੁਲ ਜੀ। ਲਖਵੀਰ ਸਿੰਘ ਹੁਣ ਚੱਕ ਕੇ ਤੇ ਉਹਦੀ ਸੂਰਜ ਪ੍ਰਕਾਸ਼ ਨੂੰ ਪੜ੍ਹ ਕੇ ਤੇ ਉਹਦੇ ਵਿੱਚੋਂ ਸਟੇਟਮੈਂਟਾਂ ਕੱਢ ਕੇ ਤੇ ਕਰਨ ਲੱਗ ਪਿਆ ਵੀ ਇਹਦਾ ਮਤਲਬ ਵੀ ਹੁਣ ਪੜ੍ਹਦਾ ਪਿਆ ਜੀ। ਇਹ ਤੋਂ ਪਹਿਲਾਂ ਉਹਨੇ ਵੀ ਨਹੀਂ ਪੜਿਆ ਤੇ ਜੇ ਪਹਿਲਾਂ ਪੜਿਆ ਸੀਗਾ ਭਰਾਵਾ ਵੀ ਪਹਿਲਾਂ ਸਟੇਟਮੈਂਟਾਂ ਕਿੱਥੇ ਗਈਆਂ ਸੀ ਫਿਰ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇਹ ਤੇ ਉਦਾਂ ਹੀ ਆ ਵੀ ਇਹ ਵੀ ਜਿੱਦਾਂ ਵੀ ਉਹ ਕੋਈ ਕਹਿ ਦੇਵੇ ਵੀ ਹਾਂਜੀ ਠੀਕ ਆ ਜੀ ਵੀ ਇਹ ਵੀ ਉਹ ਕਿਸੇ ਦੇ ਪਰਿਵਾਰ ਬਾਰੇ ਇਦਾਂ ਕਹਿਣਾ ਸ਼ੁਰੂ ਕਰ ਦੇਵੇ, ਕਿਸੇ ਬਾਰੇ ਕੁਝ ਵੀ ਤੁਸੀਂ ਬਣਾ ਦਿਓ ਵੀ ਇਹ ਥੋੜੀ ਆ ਵੀ ਇਤਿਹਾਸ ਸਾਰੇ ਦਾ ਸਾਰਾ ਜਿਹੜਾ ਆ ਵੀ ਹਵਾ ਦੇ ਵਿੱਚੋਂ ਆਇਆ ਹੈ। ਬਿਲਕੁਲ। ਈਵਨ ਜਿਹੜੇ ਯੂਨਾਨੀਆਂ ਦਾ ਇਤਿਹਾਸ ਆ ਉਹ ਬਕਾਇਦਾ ਕਿਤਾਬਾਂ ਜਿਹੜੀਆਂ ਆ ਸਮੇਂ ਦੀਆਂ ਲਿਖੀਆਂ ਹੋਈਆਂ। ਬਿਲਕੁਲ ਜੀ। ਭਈ ਜਿਹੜੀ ਹੁਣ ਸੈਨਾਪਤ ਦੀ ਕਿਤਾਬ ਆ ਭਾਈ 1710 ਦੀ ਲਿਖੀ ਹੋਈ ਆ। ਸਹੀ ਗੱਲ। ਭਈ ਜਿਹੜੀ ਉਹਦੀ ਆ ਆਪਣਾ ਜੀ ਸਰੂਪਦਾਸ ਦੀ ਕਿਤਾਬ ਜੀ, ਇੱਕ ਕਿਰਪਾਲ ਦਾਸ ਦੀ ਆ ਜਿਹੜੀ 1733 ਦੀ ਲਿਖੀ ਹੋਈ ਆ ਤੇ ਸਰੂਪਦਾਸ ਦੀ 1776 ਦੀ ਲਿਖੀ ਹੋਈ ਆ ਜੀ। ਉਹ ਕਿਤਾਬਾਂ ਜਿਹੜੀਆਂ ਆ ਜਦੋਂ ਤੁਸੀਂ ਪੜ੍ਹਨਾ ਬਿਲਕੁਲ ਜਮ ਲਿਖੋ ਤੁਸੀਂ ਇਤਿਹਾਸ, ਤੁਹਾਨੂੰ ਰੋਕਦਾ ਥੋੜੀ ਹੈ ਕੋਈ। ਬਿਲਕੁਲ। ਪਰ ਇਤਿਹਾਸ ਲਿਖਣ ਦੇ ਜਿਹੜੇ ਪੈਮਾਨੇ ਨੇ ਉਹ ਤੇ ਪੂਰੇ ਕਰੋ। ਬਿਲਕੁਲ। ਭਾਈ ਜੇ ਤੁਸੀਂ ਕਿਤਾਬਾਂ ਲਿਖਣੀਆਂ ਆ ਵੀ ਜੇ ਤੁਸੀਂ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੈਟ ਕਰਨਾ ਆ, ਪਹਿਲਾਂ ਜਿਹੜੇ ਮੁੱਢਲੇ ਸਰੋਤ ਨੇ ਉਹਨਾਂ ਨੂੰ ਸਟੱਡੀ ਕਰੋ। ਉਹ ਮੁੱਢਲੇ ਸਰੋਤ ਸਟੱਡੀ ਕਰਕੇ ਉਹਦੇ ਵਿੱਚੋਂ ਦੇਖੋ ਭਈ ਜੇ ਤੁਹਾਡੇ ਦਿਮਾਗ 'ਚ ਕੋਈ ਖਿਆਲ ਆਇਆ ਆ ਵੀ ਨਹੀਂ ਇਹ ਇਦਾਂ ਨਹੀਂ ਇਦਾਂ ਹੋਣਾ ਆ ਜੀ, ਬਿਲਕੁਲ, ਉਹਦੀ ਸਪੋਰਟ ਦੇ ਵਿੱਚ ਐਵੀਡੈਂਸ ਲੱਭੋ। ਬਿਲਕੁਲ। ਇਹ ਐਵੇਂ ਨਹੀਂ ਹਵਾਈ ਫਾਇਰ ਜਿਹੜੇ ਆ ਵੀ ਉਹ ਕਰੀ ਚੱਲੋ। ਮਤਲਬ ਆ ਸਭ ਪੜ੍ਹ ਕੇ ਤਾਂ ਹੁਣ ਇਹਨਾਂ ਦਾ ਪਤਾ ਹੀ ਚੱਲਦਾ ਹੈ ਨਾ ਕਿ ਭਾਈ ਕਿੱਡੇ ਨਲਾਇਕ ਬੰਦੇ ਨੇ ਜਿਹੜੇ ਉੱਥੇ ਜਿੱਦਾਂ ਕਹਿੰਦੇ ਆਪਾਂ ਬੜਾ ਕਾਮਨ ਐਗਜ਼ਾਮਪਲ ਕਈ ਵਾਰ ਦਿੰਦੇ ਆ ਕਿ ਬਾਂਦਰ ਹੱਥ ਬੰਦੂਕ ਆਈ ਹੋਈ ਹੈ, ਉੱਥੇ ਰੇਡੀਓ ਦੇ ਬਹਿ ਕੇ ਐਵੇਂ ਆਵਾ ਤਾਵਾ ਬੋਲੀ ਜਾਂਦੇ ਨੇ, ਜੋ ਮਨ ਚਾਹੁੰਦਾ ਕਰੀ ਜਾਂਦੇ ਨੇ। ਇਤਿਹਾਸ ਬਾਰੇ ਕਹਿੰਦੇ ਸਾਨੂੰ ਇਉਂ ਲੱਗਦਾ ਤੇ ਸਾਨੂੰ ਇੰਝ ਲੱਗਦਾ ਆ, ਸਾਨੂੰ ਇਦਾਂ ਲੱਗਿਆ, ਮਤਲਬ ਇਦਾਂ ਇਤਿਹਾਸ ਲਿਖਿਆ ਜਾਂਦਾ। ਹੁਣ ਇਹਦੇ ਬਾਰੇ ਜੇ ਇਤਿਹਾਸ ਲਿਖਣਾ ਹੋਵੇ ਇਦਾਂ, ਜੇ ਇਹੀ ਪੈਮਾਨਾ ਆ ਹਰ ਇੱਕ ਭਾਜੀ ਕੋਈ ਵੀ ਚੀਜ਼ ਹੋਵੇ। ਇਹ ਅਸਲ ਦੇ ਵਿੱਚ ਨਾ ਇਹ ਆਦੀ ਹੋ ਗਏ ਆ ਫੇਸਬੁੱਕ। ਉਹ ਭਾਈ ਫੇਸਬੁੱਕ ਨੂੰ ਅਸਲ ਜ਼ਿੰਦਗੀ ਨਾ ਸਮਝੋ। ਬਿਲਕੁਲ। ਭਈ ਉੱਥੋਂ ਇਹ ਨਹੀਂ ਹੁੰਦਾ ਵੀ ਇਹ ਵੀ ਤੁਸੀਂ ਫੇਸਬੁੱਕ ਤੇ ਜੇ ਜਾਲੀ ਆਈਡੀ ਜਿਹੜੀ ਹਵਾ ਚੋਂ ਕਾਇਮ ਕਰ ਲਈ ਆ
ਤੇ ਉਹ ਇਦਾਂ ਹੀ ਇਹ ਵੀ ਤੁਸੀਂ ਇਤਿਹਾਸ ਵੀ ਜਿਹੜਾ ਹਵਾ ਚੋਂ ਹੀ ਕਾਇਮ ਕਰ ਲੈਂਦੇ ਲੋਕਾਂ। ਡਾਕਟਰ ਗੰਡਾ ਸਿੰਘ ਨੇ 14 ਜ਼ਬਾਨਾਂ ਸਿੱਖੀਆਂ ਸੀਗੀਆਂ ਇਸ ਕਰਕੇ ਵੀ ਜਦੋਂ ਇਨਫੋਰਮੇਸ਼ਨ ਇਕੱਠੀ ਕਰਦੇ ਪਏ ਆ ਜੀ, ਜਿਹੜੀ ਲੈਂਗੁਏਜ ਦਾ ਉਹਨਾਂ ਨੂੰ ਪਤਾ ਲੱਗਦਾ ਸੀਗਾ ਵੀ ਮਰਾਠੀ ਲੈਂਗੁਏਜ ਦਾ ਅਖੇ ਵੀ ਡਾਕੂਮੈਂਟ ਜਿਹੜਾ ਆ ਇਸ ਸਾਲ ਦਾ ਉਹ ਫਲਾਨਾ ਜਿਹੜਾ ਮਰਾਠਾ ਸੀਗਾ ਵੀ ਉਹਦੇ ਲਾਇਬ੍ਰੇਰੀ ਦੇ ਵਿੱਚ ਪਿਆ, ਉਹਨਾਂ ਨੇ ਬਜਾਏ ਇਹਦੇ ਵੀ ਕਿਸੇ ਤੇ ਡਿਪੈਂਡ ਕਰਨ ਭਈ ਟਰਾਂਸਲੇਸ਼ਨ ਕਰਕੇ ਤੇ ਉਹ ਮੈਨੂੰ ਦਵੇ ਤੇ ਫਿਰ ਮੈਂ ਉਹ ਦੇਖਾਂ ਵੀ ਉਹਦੇ ਵਿੱਚ ਕੋਈ ਕੰਮ ਦੀ ਗੱਲ ਲਿਖੀ ਹੋਈ ਕਿ ਨਹੀਂ ਲਿਖੀ। ਉਹਨਾਂ ਨੇ ਆਪ ਮਰਾਠੀ ਲੈਂਗੁਏਜ ਸਿੱਖੀ। ਸਹੀ ਗੱਲ। ਮਰਾਠੀ ਲੈਂਗੁਏਜ ਸਿੱਖ ਕੇ ਆਪ ਉਹਨਾਂ ਨੇ ਉਹ ਡਾਕੂਮੈਂਟ ਪੜ੍ਹਿਆ ਤੇ ਫਿਰ ਉਹਦਾ ਹਵਾਲਾ ਦਿੱਤਾ ਵੀ ਆਹ ਡਾਕੂਮੈਂਟ ਜਿਹੜਾ ਪੇਸ਼ਵਾ ਫਲਾਨੇ ਦਾ ਆ ਭਈ ਉਹਦੇ ਵਿੱਚ ਆਹ ਗੱਲ ਲਿਖੀ ਗਈ ਆ। ਜਿਹੜੀ ਗੱਲ ਉਹਨਾਂ ਨੇ ਜਦੋਂ ਕਹੀ ਆ ਵੀ ਜਿਹੜਾ ਰਾਮਦਾਸ ਸੀਗਾ ਉਹਦਾ ਸ਼ਿਵਾਜੀ ਮਰਾਠੇ ਦਾ ਗੁਰੂ ਭਈ ਉਹ 6ਵੇਂ ਪਾਤਸ਼ਾਹ ਦੇ ਕੋਲੇ ਆਇਆ ਤੇ ਉੱਥੋਂ ਫਿਰ ਉਹ ਜਾ ਕੇ ਤੇ ਹੋਰ ਸਾਰਾ ਜਿਹੜਾ ਆ ਵੀ ਉਹ ਉਧਰ ਗਿਆ ਆ ਤੇ ਉਹਨੇ ਜਾ ਕੇ ਤੇ ਏਦਾਂ ਉਹਨੂੰ ਮਰਾਠੇ ਨੂੰ ਸ਼ਿਵਾਜੀ ਨੂੰ ਤਿਆਰ ਕੀਤਾ। ਸੋ ਉਹ ਗੱਲਾਂ ਜਿਹੜੀਆਂ ਉਹ ਹਵਾ ਚੋਂ ਨਹੀਂ ਆਈਆਂ ਹੋਈਆਂ ਭਰਾਵਾ। ਭਈ ਇਹ ਥੋੜਾ ਜਿਹਾ ਧਿਆਨ ਰੱਖੋ ਵੀ ਜਿਹੜੀ ਤੁਸੀਂ ਉਦਾਂ ਹੀ ਅਖੇ ਵੀ ਛੱਡੀ ਜਾਂਦੇ ਆ ਵੀ ਇਹ ਕਿਸੇ ਸਿਰੇ ਨਹੀਂ ਲੱਗਣੀਆਂ। ਇਹ ਸਮਾਂ ਕਿ ਤੁਸੀਂ ਬਹੁਤ ਵੱਡੀ ਬੇਈਮਾਨੀ ਕਰਨ ਦੇ ਆ ਉਹੀ ਫੇਕ ਨਿਊਜ਼ ਵਾਲੀ ਭਈ ਤੁਸੀਂ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਕਹਿ ਲਓ ਭਈ ਸਹੀ ਚੀਜ਼ਾਂ ਪਾਉਣੇ ਦੇ ਉਹ ਗੋਬਰ ਭਰ ਰਹੇ ਆ। ਬਿਲਕੁਲ। ਤੇ ਉਹਦਾ ਨਤੀਜਾ ਮਾੜਾ ਹੀ ਨਿਕਲਣਾ। ਸਹੀ ਗੱਲ ਹੈ। ਨਹੀਂ ਕੋਈ ਸ਼ੱਕ ਨਹੀਂ ਕਰਨੀ ਉਹਦੇ ਵਾਸਤੇ ਕਿ ਜੋ ਇਹ ਕਰ ਰਹੇ ਆ ਇਹਨਾਂ ਦੀ ਨਲਾਇਕੀ ਇਹਨਾਂ ਦੀ ਬੇਈਮਾਨੀ ਚੋਂ ਹੀ ਨਿਕਲ ਰਿਹਾ ਆ। ਡਾਕਟਰ ਗੰਡਾ ਸਿੰਘ ਨੂੰ ਤਾਂ ਭਾਈ ਮੁੱਢੋਂ ਨਕਾਰ ਚੁੱਕੇ ਕਹਿੰਦੇ ਉਹ ਮਤਲਬ ਉਹਨਾਂ ਵਾਸਤੇ ਵੀ ਅਪਸ਼ਬਦ ਵਰਤ ਕੇ ਕਿਉਂਕਿ ਪਤਾ ਆ ਕਿਉਂਕਿ ਉਹਨਾਂ ਦੇ ਜੋ ਉਹਨਾਂ ਨੇ ਕੀਤਾ ਆ ਉਹਨਾਂ ਦੇ ਤਾਂ ਕਿਤੇ ਲਾਗੇ ਛਾਗੇ ਵੀ ਨਹੀਂ ਪਹੁੰਚ ਸਕਦੇ ਹੈਗੇ। ਫਿਰ ਇਹਨਾਂ ਦਾ ਜਿਹੜਾ ਪੁਰਾਣਾ ਪੈਂਤੜਾ ਆ ਕਿ ਉਹਨੂੰ ਭੰਡਣ ਲੱਗ ਜਾਓ, ਉਹਨੂੰ ਮਤਲਬ ਇਦਾਂ ਕਰਨ ਲੱਗ ਜਾਓ ਜੀ ਇਹ ਤਾਂ ਇਦਾਂ ਆ ਤੇ ਇਦਾਂ ਆ ਤੇ ਉਹਨਾਂ ਵਾਸਤੇ ਬਹੁਤ ਅਪਸ਼ਬਦ ਵਰਤੇ ਇਹਨਾਂ ਲੋਕਾਂ ਨੇ। ਕਮੀਨਗੀ ਆ ਸਾਰੀ ਕਿਉਂਕਿ ਉਹੀ ਜਿਹੜਾ ਫੇਸਬੁੱਕ ਦਾ ਹੈਗਾ ਨਾ ਹਥਿਆਰ ਉਹ ਹੈਗਾ ਹੀ ਇਹ। ਬਿਲਕੁਲ। ਵੀ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਿਹੜੇ ਗਾਂ ਪੜ੍ਹਨੇ ਵਾਲੇ ਆ ਸਹੀ ਗੱਲ ਵੀ ਜਿਹੜੇ ਕਹਿ ਲਓ ਵੀ ਇਹਨਾਂ ਦੇ ਮਗਰ ਲੱਗੇ ਹੋਏ ਆ ਵੀ ਉਹਨਾਂ ਨੇ ਨਾ ਆਪ ਕੁਝ ਪੜ੍ਹਿਆ ਹੋਇਆ ਆ ਨਾ ਪੜ੍ਹਨਾ ਉਹਨਾਂ ਨੇ। ਸਹੀ ਗੱਲ ਹੈ। ਕਿਉਂਕਿ ਉਹਦੀ ਆਧਾਰਨਿਕ ਹੋਰ ਲੈ ਲਓ ਵੀ ਉੱਥੇ ਜਿਹੜਾ ਟੈਡ ਕਰੂਜ਼ ਆ ਨਾ ਆਪਣਾ ਅਮਰੀਕਾ ਦਾ ਸੈਨੇਟਰ ਜੀ 2016 ਦੇ ਵਿੱਚ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਸੀ ਤੇ ਉਹ ਰਿਪਬਲਿਕਨ ਪਾਰਟੀ ਵੱਲੋਂ ਕੈਂਡੀਡੇਟ ਦੀ ਦੌੜ ਦੇ ਵਿੱਚ ਸੀਗਾ। ਠੀਕ ਹੈ ਜੀ। ਤੇ ਅਲਟੀਮੇਟਲੀ ਨੋਮੀਨੇਸ਼ਨ ਜਿਹੜੀ ਉਹ ਟਰੰਪ ਦੀ ਹੋ ਗਈ, ਉਹਦੀ ਨਹੀਂ ਹੋਈ ਜੀ। ਤੇ ਹੁਣ ਉਹਦਾ ਜ਼ੋਰ ਇਹ ਲੱਗਾ ਪਿਆ ਆ ਵੀ ਜਿਹੜੀ ਕਤੀੜ ਟਰੰਪ ਮਗਰ ਲੱਗੀ ਆ ਵੀ ਉਹ ਮੈਂ ਆਪਣੇ ਮਗਰ ਲਾ ਲਵਾਂ। ਤੇ ਉਹਨੂੰ ਇਹ ਵੀ ਪਤਾ ਆ ਵੀ ਜਿਹੜੇ ਉਹਦੇ ਟਰੰਪ ਦੇ ਮਗਰ ਲੱਗੇ ਸੀ ਉਹ ਨਿਹਾਇਤ ਅਵਲ ਦਰਜੇ ਦੇ ਮੂਰਖ ਜਾਹਿਲ ਲੋਕ ਮੂਰਖ ਤੇ ਜਿਹੜੇ ਕਨਸਪੀਰੇਸੀ ਥਿਊਰੀਆਂ ਦੇ ਵਿੱਚ ਵੀ ਯਕੀਨ ਕਰਨੇ ਵਾਲੇ ਤੇ ਉਹ ਸਾਰਾ ਕੁਝ। ਤੇ ਇਹ ਆਪ ਜਿਹੜਾ ਟੈਡ ਕਰੂਜ਼ ਆ ਹਾਰਵਰਡ ਯੂਨੀਵਰਸਿਟੀ ਦਾ ਪੜ੍ਹਿਆ ਵੀ ਜਿਹੜੀਆਂ ਟੌਪ ਦੀਆਂ 3 ਯੂਨੀਵਰਸਿਟੀਆਂ ਨਾ ਉਹਦੇ ਵਿੱਚ ਵੀ ਨੰਬਰ 1 ਤੇ ਨਾਰਮਲੀ ਹੁੰਦੀ ਆ ਪਰ ਕਈ ਵਾਰੀ ਨੰਬਰ 2 ਤੇ ਆ ਜਾਂਦੀ, ਕਈ ਵਾਰੀ ਨੰਬਰ 3 ਤੇ, ਪਰ ਮਤਲਬ ਮੋਸਟਲੀ ਨੰਬਰ 1 ਦੇ ਉੱਤੇ ਦੁਨੀਆ ਦੇ ਵਿੱਚ ਉਹ ਯੂਨੀਵਰਸਿਟੀ ਮੰਨੀ ਜਾਂਦੀ ਜੀ। ਉਹਦੇ ਵਿੱਚੋਂ ਪੜ੍ਹਿਆ ਅਗਲਾ ਜੀ ਤੇ ਉੱਥੋਂ ਪਤਾ ਲੱਗ ਜਾਣਾ ਤੁਹਾਨੂੰ ਵੀ ਦਿਮਾਗੀ ਕਿੱਡਾ ਹੈ। ਪਰ ਸਟੇਟਮੈਂਟ ਕੀ ਦੇ ਰਿਹਾ ਆ ਵੀ ਹੁਣ ਔਰ ਇਹਨੇ ਟਰੰਪ ਨੇ ਦਿੱਤੀ ਸੀ ਇਹ ਸਟੇਟਮੈਂਟ ਜਦੋਂ ਨਾ ਉਹ ਪੈਰਿਸ ਅਕੋਰਡ ਜਿਹੜਾ ਆ ਜਦੋਂ ਜਿਹੜੀ ਗਲੋਬਲ ਵਾਰਮਿੰਗ ਕਹਿੰਦੇ ਆ ਵੀ ਜਿਹੜੀ ਧਰਤੀ ਸਾਰੀ ਗਰਮ ਹੋ ਰਹੀ ਆ ਤੇ ਮੌਸਮ ਸਾਰੇ ਚੇਂਜ ਹੋ ਰਹੇ ਆ ਤੇ ਕਾਫੀ ਕੁਛ ਜਿਹੜਾ ਵੀ ਬਨਸਪਤੀ ਤੇ ਹੋਰ ਸਾਰੇ ਪਾਸੇ ਅਸਰ ਮਾੜਾ ਪੈ ਰਿਹਾ ਤੇ ਉਹਦੇ ਲਈ ਅਕੋਰਡ ਹੋਇਆ ਸੀਗਾ ਪੈਰਿਸ ਦੇ ਵਿੱਚ। ਉਹਨੂੰ ਪੈਰਿਸ ਐਗਰੀਮੈਂਟ ਕਹਿੰਦੇ ਆ, ਪੈਰਿਸ ਅਕੋਰਡ ਵੀ ਜਿਹਦੇ ਵਿੱਚ ਸਾਰੇ ਮੁਲਕਾਂ ਨੇ ਜਿਹਨਾਂ ਨੇ ਸਾਈਨ ਕੀਤੇ ਵੀ ਉਹ ਕਹਿੰਦੇ ਵੀ ਅਸੀਂ ਆਹ ਟੀਚੇ ਮਿਥ ਲਏ ਆ ਵੀ ਜਿਹੜੀਆਂ ਕਾਰਬਨ ਗੈਸਿਸ ਹੈਗੀਆਂ ਤੇ ਹੋਰ ਜਿਹੜੇ ਫੁੱਟਪ੍ਰਿੰਟ ਆ ਵੀ ਉਹ ਅਸੀਂ ਘਟਾਉਣੇ ਆ। ਤੇ ਟਰੰਪ ਨੇ ਨਾ ਉਹ 35-16 ਜਦੋਂ 2017 ਦੇ ਵਿੱਚ ਉਹਨੇ ਰਾਸ਼ਟਰਪਤੀ ਪਦ ਸੰਭਾਲਿਆ ਅਮਰੀਕਾ ਦਾ ਤੇ ਉਹ ਅਕੋਰਡ ਦੇ ਵਿੱਚੋਂ ਅਮਰੀਕਾ ਨੂੰ ਬਾਹਰ ਕਰ ਲਿਆ ਜੀ। ਬਿਲਕੁਲ। ਤੇ ਕਾਰਨ ਕੀ ਦਿੱਤਾ ਕਹਿੰਦਾ ਭਈ ਇਹ ਅਕੋਰਡ ਜਿਹੜਾ ਆ ਭਈ ਐਗਰੀਮੈਂਟ ਭਈ ਇਹਦੇ ਵਿੱਚ ਭਈ ਮੈਨੂੰ ਕੋਈ ਫਿਕਰ ਨਹੀਂ ਹੈਗੀ ਵੀ ਪੈਰਿਸ ਦੇ ਜਿਹੜੇ ਨਾਗਰਿਕ ਆ ਵੀ ਉਹ ਕੀ ਚਾਹੁੰਦੇ ਆ, ਮੈਨੂੰ ਤਾਂ ਇਹ ਆ ਭਈ ਜਿਹੜੇ ਇੱਥੇ ਅਮਰੀਕਾ ਦੇ ਨਾਗਰਿਕ ਆ ਵੀ ਉਹ ਕੀ ਚਾਹੁੰਦੇ ਆ ਜੀ। ਹੁਣ ਉਹ ਬੇਵਕੂਫੀ ਏਡੀ ਵੀ ਜਿਹੜਾ ਦੂਸਰਾ ਪੈਰਿਸ ਅਕੋਰਡ ਆ ਜਾਂ ਐਗਰੀਮੈਂਟ ਆ ਉਹ ਪੈਰਿਸ ਦੇ ਨਾਗਰਿਕਾਂ ਦਾ ਥੋੜੀ ਆ, ਉਹ ਸਾਰੀ ਦੁਨੀਆ ਦਾ। ਬਿਲਕੁਲ। ਉਹੀ ਸਟੇਟਮੈਂਟ ਜਿਹੜੀ ਆ ਹੁਣ ਉਹ ਟੈਡ ਕਰੂਜ਼ ਦੇ ਰਿਹਾ ਜਦੋਂ ਬਾਈਡਨ ਆਇਆ ਰਾਸ਼ਟਰਪਤੀ ਬਣਿਆ ਤੇ ਉਹਨੇ ਦੁਬਾਰਾ ਉਹ ਅਕੋਰਡ ਜੁਆਇਨ ਕਰ ਲਿਆ, ਅਮਰੀਕਾ ਨੂੰ ਸਿਗਨੇਟਰੀ ਦੁਬਾਰਾ ਬਣਾ ਦਿੱਤਾ ਵੀ ਬਿਲਕੁਲ ਜੀ ਅਮਰੀਕਾ ਵੀ ਉਹਦੀਆਂ ਜਿਹੜੀਆਂ ਹੱਦਾਂ ਨੇ ਵੀ ਉਹਦਾ ਪ੍ਰਤੀਬੱਧ ਆ ਜੀ। ਤੇ ਇਹਨੇ ਅਖੇ ਚੱਕ ਕੇ ਤੇ ਸਟੇਟਮੈਂਟ ਦੇ ਦਿੱਤੀ ਟੈਡ ਕਰੂਜ਼ ਨੇ, ਕਹਿੰਦਾ ਲੈ ਅਖੇ ਬਾਈਡਨ ਨੂੰ ਵੀ ਅਖੇ ਅਮਰੀਕਾ ਦੇ ਨਾਗਰਿਕਾਂ ਦੀ ਬਜਾਏ ਪੈਰਿਸ ਦੇ ਨਾਗਰਿਕਾਂ ਦੀ ਅਖੇ ਵੀ ਜ਼ਿਆਦਾ ਫਿਕਰ ਲੱਗੀ ਹੋਈ ਆ। ਮਤਲਬ ਤੁਸੀਂ ਹੁਣ ਇਹ ਜੇ ਏਡਾ ਦਿਮਾਗੀ ਹਾਰਵਰਡ ਤੋਂ ਪੜ੍ਹਿਆ ਫਿਰ ਤਾਂ ਬੇਈਮਾਨੀ ਆ ਨਾ। ਉਹੀ ਮੈਂ ਕਹਿ ਰਿਹਾ ਵੀ ਇਹ ਜਿਹੜੇ ਬੰਦੇ ਬੇਵਕੂਫ ਬਣਾ ਰਹੇ ਆ ਨਾ
ਇਹ ਬੇਈਮਾਨ ਨੇ ਬਿਲਕੁਲ। ਪਰ ਇਹਨਾਂ ਨੂੰ ਪਤਾ ਆ ਵੀ ਜਿਨ੍ਹਾਂ ਨੂੰ ਬੇਵਕੂਫ ਬਣਾ ਰਹੇ ਆ, ਜਿਨ੍ਹਾਂ ਨੂੰ ਟਾਰਗੇਟ ਕਰ ਰਹੇ ਆ, ਉਹਨਾਂ ਨੂੰ ਅਕਲ ਇੰਨੀ ਕੀ ਆ। ਅਕਲ ਇੰਨੀ ਨਹੀਂ। ਇਹਦੇ ਨਾਲ ਹੀ ਜੁੜਦੀ ਐਗਜ਼ਾਮਪਲ ਆ, ਮੋਦੀ ਨੂੰ ਜਦੋਂ ਮੋਦੀ ਵੀ ਇਹਨਾਂ ਦੀ ਕੈਟਾਗਰੀ 'ਚ ਆਉਂਦਾ ਆ, ਤੇ ਉਹਨੂੰ ਵੀ ਕਿਸੇ ਨੇ ਪੁੱਛ ਲਿਆ ਕਿ ਗਲੋਬਲ ਵਾਰਮਿੰਗ ਵੱਧ ਰਹੀ ਹੈ ਤੇ ਕੀ ਇਹਦਾ ਹੱਲ ਆ। ਉਹ ਕਹਿੰਦਾ ਗਲੋਬਲ ਵਾਰਮਿੰਗ ਨਹੀਂ ਵੱਧ ਰਹੀ ਹੈਗੀ, ਕਹਿੰਦਾ ਹੁੰਦਾ ਕੀ ਹੈ, ਕਹਿੰਦਾ ਜਦੋਂ ਸਾਡਾ ਬਜ਼ੁਰਗ ਆ ਜਿੱਦਾਂ ਉਹ ਦਿਨੋਂ ਦਿਨ ਕਮਜ਼ੋਰ ਹੁੰਦਾ ਜਿਹੜਾ, ਉਹਨੂੰ ਠੰਡ ਜ਼ਿਆਦਾ ਲੱਗਦੀ ਹੈ ਤੇ ਉਹ ਕਹਿੰਦਾ ਹੈ ਕਿ ਐਤਕੀ ਮੌਸਮ ਪਿਛਲੇ ਸਾਲ ਨਾਲੋਂ ਜ਼ਿਆਦਾ ਠੰਡਾ ਸੀਗਾ, ਤਾਂ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਗਲੋਬਲ ਵਾਰਮਿੰਗ ਕਰਕੇ ਠੰਡ ਜ਼ਿਆਦਾ ਵੱਧ ਰਹੀ ਹੈਗੀ ਹੈ, ਮੌਸਮ ਚੇਂਜਸ ਹੋ ਰਹੀਆਂ ਕਿਉਂਕਿ ਉਹਨਾਂ ਦਾ ਸਰੀਰ ਕਮਜ਼ੋਰ ਹੋ ਰਿਹਾ ਹੈ। ਆਹ ਦਲੀਲ ਮੋਦੀ ਦੀ ਔਨ ਰਿਕਾਰਡ ਪਈ ਹੈ ਤੇ ਭਗਤਾਂ ਨੇ ਵਾਹ ਕੀਤੀ ਹੋਈ ਹੈ ਉਹਨਾਂ ਦੇ ਉੱਤੇ, ਤੇ ਉਹਨਾਂ ਨੇ ਮੰਨਿਆ ਆ। ਤੇ ਆ ਇਦਾਂ ਮੂਰਖ ਬਣਾਉਂਦੇ ਆ। ਮਤਲਬ ਮੋਦੀ ਦੇ ਕੇਸ 'ਚ ਤਾਂ ਚਲੋ ਆਪਾਂ ਕਹਿ ਸਕਦੇ ਕਿ ਉਹ ਆਪ ਵੀ ਨਲਾਇਕ ਹੈਗਾ ਆ, ਹੈਨਾ। ਤੇ ਜਿੱਦਾਂ ਹੁਣ ਇਹਨਾਂ ਦੇ ਵਿੱਚ ਵੀ ਹੋਣਾ ਹੈ, ਚਲੋ ਹੁਣ ਗਿਆਨੀ ਲਖਵੀਰ ਸਿੰਘ ਇਹਨਾਂ ਨੂੰ ਇਹ ਬੇਈਮਾਨ ਕਹਿ ਸਕਦੇ ਆ। ਗਾਹਾਂ ਜਿਹੜਾ ਇੱਕ ਅੱਧਾ ਕੋਈ ਇਹਨਾਂ ਦਾ ਹੋਣਾ ਆ ਭਗਤ, ਤੇ ਉਹਨੇ ਗਾਹਾਂ ਹੋਰ ਕੋਈ ਥਿਉਰੀ ਦੇ ਦੇਣੀ ਹੈ, ਉਹ ਗਾਹਾਂ ਉਹਦੇ ਭਗਤਾਂ ਨੇ ਮੰਨ ਲੈਣੀ ਹੈ। ਉਹ ਫਿਰ ਇਹ ਸਾਰੇ ਇੱਕ ਤਰ੍ਹਾਂ ਨਲਾਇਕ ਬੇਈਮਾਨ ਇਕੱਠੇ ਹੋਏ ਆ। ਬਿਲਕੁਲ ਬਿਲਕੁਲ। ਤੇ ਆਹ ਹਾਲ ਹੈ ਇਹਨਾਂ ਦਾ। ਇਹਦਾ ਇਲਾਜ ਇੱਕੋ ਹੀ ਆ ਵੀ ਭਾਈ ਵੀ ਅਸੀਂ ਸਾਰੇ ਆਪਣੇ ਗਿਆਨ ਦਾ ਪੱਧਰ ਇੰਨਾ ਉੱਚਾ ਕਰੀ ਜਾਵਾਂਗੇ, ਬਿਲਕੁਲ ਜੀ, ਓਨਾ ਹੀ ਇਹਨਾਂ ਦੀ ਅਸਲ ਔਕਾਤ ਜਿਹੜੀ ਆ ਉਹ ਤੁਹਾਨੂੰ ਦਿਖੀ ਜਾਣੀ ਹੈਗੀ ਆ। ਵੀ ਇਹ ਬੇਈਮਾਨ ਬੰਦੇ ਨੇ, ਇਹ ਸਨੇਕ ਆਇਲ ਸੇਲਸਮੈਨ ਨੇ। ਸਹੀ ਗੱਲ ਹੈ। ਠੱਗ ਬੰਦੇ ਆ ਵੀ ਜਿਹੜੇ ਨਾ ਬੱਸ ਅੱਡਿਆਂ ਦੇ ਬਾਹਰ ਵੀ ਏਦਾਂ ਵਿਛਾ ਕੇ ਸੜਕ ਦੇ ਕੰਢੇ ਦੇ ਉੱਤੇ ਤੇ ਰੱਖ ਕੇ ਬੈਠੇ ਹੁੰਦੇ ਆ ਨਾ ਛੋਟੀਆਂ ਸ਼ੀਸ਼ੀਆਂ, ਕਿਸੇ ਦੇ ਵਿੱਚੋਂ ਕਹਿੰਦੇ ਵੀ ਇਹ ਚ ਗਿੱਦੜ ਸਿੰਘ ਹੀ ਆ, ਤੇ ਇਹਨੇ ਜਿੰਨੀਆਂ ਤੁਹਾਡੇ ਮਨ ਦੀਆਂ ਇੱਛਾਵਾਂ ਸਾਰੀਆਂ ਪੂਰੀਆਂ ਕਰ ਦੇਣੀਆਂ ਆ। ਤੇ ਆਹ ਸੰਡੇ ਦਾ ਉਹ ਤੇਲ ਆ, ਤੇ ਆਹ ਫਲਾਨਾ ਆ, ਤੇ ਆਹ ਫਲਾਨਾ ਆ, ਤੇ ਈਵਨ ਹੈਗੇ ਭਈ ਦੰਦ ਜਿਹੜੇ ਆ ਵੀ ਉਹ ਤੁਹਾਡੇ ਉਹ ਵੀ ਇਹ ਵੀ ਐ ਚਿੱਟੇ ਕਰਨੇ ਵਾਲੇ, ਤੇ ਹੋਰ ਹਰੇਕ ਕਿਸਮ ਦੀ ਜਿਹੜੀ ਆ ਵੀ ਉਹ ਤੁਹਾਨੂੰ ਐ ਦਵਾਈ ਦੇਣ ਨੂੰ ਤਿਆਰ ਬੈਠੇ। ਜਿਹੜਾ ਬੇਵਕੂਫ ਆ ਉਹਨੂੰ ਬੇਵਕੂਫ ਬਣ ਜਾਣਾ, ਜਿਹੜਾ ਸਿਆਣਾ ਆ ਉਹ ਚੁੱਪ ਕਰਕੇ ਕੰਨੀ ਕਤਰਾ ਕੇ ਪਾਸੇ ਲੱਗ ਜਾਂਦਾ। ਸਹੀ ਗੱਲ ਹੈ ਜੀ, ਸਹੀ ਗੱਲ। ਇਹ ਚੀਜ਼ਾਂ ਧਿਆਨ ਮੰਗਦੀਆਂ ਸਾਡਾ। ਬਿਲਕੁਲ ਨਹੀਂ ਭਾਜੀ, ਜਦ ਤੱਕ ਉਹੀ ਗੱਲ ਮੁੱਕ ਦੀ ਗੱਲ ਆ ਜਾਂਦੀ ਹੈ, ਜਿੱਦਾਂ ਹੁਣ ਆਪਾਂ ਸੌਫਟ ਟਾਰਗੇਟ ਵੀ ਪੜ੍ਹ ਰਹੇ ਹਾਂ, ਇਹਦੇ ਵਿੱਚ ਵੀ ਜਦੋਂ ਗਿਆਨ ਦੀ ਘਾਟ ਕਰਕੇ ਹੀ ਜਿਹੜੀਆਂ ਏਜੰਸੀਆਂ ਆ ਕਿੱਦਾਂ ਸਾਨੂੰ ਵਰਤਦੀਆਂ ਆ, ਕਿਉਂਕਿ ਉਹ ਸਾਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੁੰਦੀ, ਗਿਆਨ ਨਹੀਂ ਹੁੰਦਾ, ਤੇ ਅਸੀਂ ਵਰਤੇ ਜਾਂਦੇ ਹਾਂ। ਹੁਣ ਖੱਪ ਗ੍ਰੇਡ ਵੀ ਜਿਹੜੇ ਮੇਨ ਉੱਤੇ ਬੈਠੇ ਆ, ਉਹ ਤਾਂ ਪਤਾ ਹੈ ਕਿ ਉਹ ਕਿੱਦਾਂ ਵਰਤ ਰਹੇ ਆ, ਜਿਹੜੇ ਉਹਨਾਂ ਦੀ ਭਗਤ ਆ, ਜਿਹੜੇ ਚਲੋ ਆਪਣੇ ਆਪ ਨੂੰ ਵੀ ਕਹਿੰਦੇ ਆ ਭੇਡਾਂ ਹੈਗੀਆਂ ਅਸੀਂ ਭੇਡਾਂ ਹੈਗੀਆਂ, ਤੇ ਉਹ ਕਿੱਦਾਂ ਵਰਤੀਆਂ ਜਾ ਰਹੀਆਂ, ਕਿਉਂਕਿ ਗਿਆਨ ਦੀ ਘਾਟ ਆ। ਜਿਸ ਦਿਨ ਗਿਆਨ ਦੀ ਘਾਟ ਪੂਰੀ ਹੋ ਗਈ ਤੇ ਆਪੇ ਆਪ ਹੀ ਉਹਨਾਂ ਨੂੰ ਸਮਝ ਆ ਜਾਣਾ ਹੈ ਕਿ ਉਹ ਕਿੱਦਾਂ ਵਰਤੀਆਂ ਗਈਆਂ, ਕਿੱਦਾਂ ਵਰਤੇ ਜਾ ਰਹੇ ਸੀਗੇ। ਤੇ ਕਹਿਣ ਦਾ ਭਾਵ ਇਹ ਹੈ ਕਿ ਜਦ ਤੱਕ ਗਿਆਨ ਦਾ ਪੱਧਰ ਅਸੀਂ ਉੱਚਾ ਨਹੀਂ ਚੱਕਾਂਗੇ, ਅਸੀਂ ਮੂਰਖ ਬੇਵਕੂਫ ਬਣਦੇ ਹੀ ਰਹਾਂਗੇ। ਅੱਗੇ ਆਪਾਂ ਬਸ ਆਹ ਪੈਰਾ ਖਤਮ ਕਰ ਦਈਏ। ਹਾਂਜੀ। ਤੇ ਉਹਦੇ ਵਿੱਚ ਫਿਰ ਉਹ ਕਹਿੰਦੇ ਆ ਵੀ ਉਹਨਾਂ ਨੇ ਆਪਣਾ ਪਤਾਸੇ ਮਿਲਾ ਕੇ ਜੀ, ਤੇ ਜਿਹੜੀ 2 ਧਾਰੇ ਖੰਡਾ ਸੀਗਾ ਵੀ ਉਹਦੇ ਨਾਲ ਵੀ ਉਹ ਤਿਆਰ ਕੀਤੀ ਖੰਡੇ ਦੀ ਪੌਲ। ਤੇ they were then given the 5 symbols of Sikhism, each of which begins with the letter K. ਜੀ। ਕੱਛਾ, special underwear to ensure agility and briskness, a mark of perpetual readiness। ਯਾਨੀ ਕਿ ਭਈ ਤਿਆਰ ਬਰ ਤਿਆਰ ਜਿਹੜਾ ਕਹਿੰਦੇ ਆ ਜੀ, ਉਹ ਕਸ਼ਹਿਰਾ ਜਿਹੜਾ ਵੀ ਸਾਨੂੰ ਉਹ ਹਮੇਸ਼ਾ ਤਿਆਰ ਰੱਖਦਾ, ਖਾਸ ਤੌਰ ਦੇ ਉੱਤੇ ਵੀ ਜਦੋਂ ਆਪਾਂ ਕਹਿ ਲਓ ਵੀ ਘੋੜੇ ਦੀਆਂ ਕਾਠੀਆਂ ਦੇ ਉੱਤੇ ਸਵਾਰੀ ਕਰਦੇ ਆ। ਜੀ ਬਿਲਕੁਲ। ਤੇ ਉਹਦੀ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਚੇਂਜਡ ਫਾਰਮ ਜਿਹੜੀ ਆ ਵੀ ਜਿਹਨੂੰ ਨਾ ਬ੍ਰਿਚਸ ਕਹਿੰਦੇ ਆ ਜੀ ਵੀ ਅੰਗਰੇਜ਼ੀ ਦੇ ਵਿੱਚ, ਤੇ ਉਹ ਜਿਹੜੀਆਂ ਜਾਂ ਉਹ ਇੱਕ ਉਧਰ ਜੋਧਪੁਰ ਵਾਲੇ ਪਾਸੇ ਨੂੰ ਉਹਨੂੰ ਜੋਧਪੁਰੀ ਕਹਿੰਦੇ ਆ, ਤੇ ਉਹਦਾ ਹੀ ਕਸ਼ਹਿਰੇ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਡਿਫਰੈਂਟ ਵਰਸ਼ਨ ਆ, ਉਹਦੇ ਵਿੱਚੋਂ ਹੀ ਨਿਕਲਿਆ ਲੱਗਦਾ। ਤੇ ਇੱਕ ਹੈਗਾ ਵੀ ਅਗਲਾ ਉਹ ਕਹਿੰਦੇ ਕਿਰਪਾਨ ਆ ਵੀ ਜਿਹੜੀ ਸਵੋਰਡ ਔਰ ਡੈਗਰ ਐਨ ਐਂਬਲਮ ਆਫ ਕਰੇਜ ਟੂ ਬੀ ਯੂਜ਼ਡ ਫॉर ਡਿਫੈਂਸਿਵ ਪਰਪਸਿਸ ਓਨਲੀ। ਉਹ ਵੀ ਉਹ ਕਹਿੰਦੇ ਵੀ ਕਿਰਪਾਨ ਜਿਹੜੀ ਆ ਵੀ ਉਹ ਸਿਰਫ ਤੇ ਸਿਰਫ ਡਿਫੈਂਸਿਵ ਪਰਪਸ ਲਈ, ਆਪਣੀ ਰੱਖਿਆ ਜੀ ਜਾਂ ਕਿਸੇ ਹੋਰ ਦੀ ਰੱਖਿਆ ਲਈ ਵੀ ਵਰਤਣੇ ਲਈ ਉਹ ਕਿਰਪਾਨ ਆ। ਤੇ ਕੇਸ ਔਰ ਅਨਸ਼ੋਨ ਹੇਅਰ ਐਂਡ ਬੀਅਰਡ ਮਾਰਕ ਆਫ ਸੇਂਟਸ, ਵੀ ਯਾਨੀ ਕਿ ਵੀ ਸੰਤਵਾਦ ਜਿਹੜਾ ਹੈ ਜਾਂ ਰੂਹਾਨੀਅਤ ਦਾ ਪ੍ਰਤੀਕ, ਵੀ ਉਹ ਲੰਬੇ ਕੇਸ ਆ ਵੀ ਦਾੜੀ ਤੇ ਕੇਸ ਜਿਹੜੇ ਵੀ ਨਾ ਕੱਟੇ ਹੋਏ ਜੀ। ਕੰਘਾ ਜਿਹੜਾ ਔਰ ਕੂਮ ਟੂ ਕੀਪ ਦਾ ਹੇਅਰ ਕਲੀਨ ਐਂਡ ਇਨ ਸ਼ੇਪ, ਵੀ ਯਾਨੀ ਕਿ ਕੰਘਾ ਜਿਹੜਾ ਆ ਵੀ ਉਹ ਜਿਹੜੇ ਲੰਬੇ ਕੇਸ ਆ ਵੀ ਉਹਨਾਂ ਨੂੰ ਸਾਫ਼ ਤੇ ਸੁਥਰੇ ਰੱਖਣੇ ਲਈ। ਤੇ ਕੜਾ ਔਰ ਮੈਟਲ ਬ੍ਰੇਸਲੈਟ ਸਾਈਨ ਆਫ ਕਮਿਟਮੈਂਟ ਟੂ ਦਾ ਗੁਰੂ ਐਂਡ ਟੂ ਗੁੱਡ ਡੀਡਸ, ਯਾਨੀ ਕਿ ਵੀ ਉਹ ਕੜਾ ਜਿਹੜਾ ਆ ਵੀ ਉਹ ਸਾਨੂੰ ਇਹ ਯਾਦ ਕਰਾਉਂਦਾ ਵੀ ਸਾਡੀ ਜਿਹੜੀ ਗੁਰੂ ਦੇ ਨਾਲ ਵੀ ਸਾਡਾ ਰਿਸ਼ਤਾ ਕੀ ਆ, ਤੇ ਜਿਹੜੇ ਚੰਗੇ ਕੰਮ ਕਰਨੇ ਦਾ ਅਸੀਂ ਪ੍ਰਣ ਕੀਤਾ ਆ ਵੀ ਉਹ ਸਾਨੂੰ ਹਮੇਸ਼ਾ ਉਹ ਯਾਦ ਕਰਾਉਂਦਾ।
ਅੱਛਾ ਭਾਜੀ, ਹੁਣ ਇਹਦੇ ਵਿੱਚ ਜੇ ਆਪਾਂ ਇਹਨੂੰ ਥੋੜਾ ਜਿਹਾ ਡਿਸਕ੍ਰਾਈਬ ਕਰੀਏ, Right. ਹੁਣ ਇਹ ਨੌਨ ਸਿੱਖ ਨੇ ਲਿਖਿਆ ਹੈ, ਈਵਨ ਨੌਨ ਇੰਡੀਅਨ ਹੈਗੇ ਆ, ਤੇ ਉਹਨਾਂ ਨੇ ਵੀ ਜੋ ਡਿਸਕ੍ਰਾਈਬ ਕੀਤਾ ਹੈ ਉਹਦੇ ਵਿੱਚ ਵੀ ਕੋਈ ਏਦਾਂ ਗੈਰ ਕੁਦਰਤੀ ਜਾਂ ਚਮਤਕਾਰੀ ਕੁਛ ਨਹੀਂ ਜੋੜ ਕੇ ਲਿਖਿਆ ਹੋਣਾ ਨੇ, ਬਿਲਕੁਲ ਬਿਲਕੁਲ ਹੈ ਨਾ ਜੀ। ਤੇ ਉਹ ਚੀਜ਼ ਸਾਨੂੰ ਸਮਝਣ ਵਾਲੀ ਹੈ। ਹੁਣ ਜਦੋਂ ਇਹ ਅਪਗ੍ਰੇਡ ਇਹ ਰੋਲਾ ਪਾਉਂਦੇ ਆ ਕਿ ਜਿਹੜੇ 5 ਕਕਾਰ ਨੇ, ਜਿਹੜੇ 5 ਸਿੰਬਲ ਹੈਗੇ ਆ ਸਾਡੇ, 5 ਕਕਾਰ ਗੁਰੂ ਸਾਹਿਬਾਨ ਵੱਲੋਂ ਸਾਨੂੰ ਬਖਸ਼ੇ ਗਏ ਨੇ, ਇਹ ਉਹਨਾਂ ਦਾ ਇਦਾਂ ਮਜ਼ਾਕ ਬਣਾਉਂਦੇ ਨੇ ਉੱਥੇ ਬਹਿ ਕੇ ਰੇਡੀਓ ਦੇ ਉੱਤੇ। ਕਮਿਊਨਿਟੀ ਆ ਨਾ, ਮਤਲਬ ਮੈਂ ਉਹੀ ਕੰਪੈਰੀਜ਼ਨ ਕਰਨਾ ਚਾਹੁੰਦਾ ਹੈ ਕਿ ਜਿਹੜੇ ਨੌਨ ਸਿੱਖ ਨੌਨ ਇੰਡੀਅਨ ਨੇ ਉਹਨਾਂ ਨੂੰ ਅਹਿਮੀਅਤ ਪਤਾ ਹੈ 5 ਕਕਾਰਾਂ ਦੀ, ਤੇ ਇਹ ਮਤਲਬ ਕੋਈ ਮਾੜੀ ਮੋਟੀ ਰਿਸਰਚ ਕਰ ਲਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਵੀ ਅਸਲੀਅਤ ਕੀ ਆ, ਅਸਲੀਅਤ ਕੀ ਹੈਗੀ ਹੈ। ਤੇ ਇਹ ਉੱਥੇ ਬਹਿ ਕੇ ਕਿੱਦਾਂ ਡਿਸਰਿਸਪੈਕਟ ਕਰਦੇ ਨੇ 5 ਕਕਾਰਾਂ ਦੀ। ਪਰ ਇੱਕ ਹੋਰ ਵੀ ਧਿਆਨ ਰੱਖਿਓ ਨੁਕਤਾ, ਵੀ ਜਦੋਂ ਨਾ ਕਿਸੇ ਨੇ ਕੋਈ ਘਟੀਆ ਹਰਕਤ ਕਰਨੀ ਹੋਵੇ ਜਾਂ ਕੋਈ ਮਾੜਾ ਕੰਮ ਕਰਨਾ ਹੋਵੇ ਜੀ, ਤੇ ਜੇ ਉਹ ਕਰ ਬੈਂਦਾ ਆ ਜਾਂ ਅਜੇ ਕਰਨਾ ਲੋਚਦਾ ਹੁੰਦਾ ਆ, ਤੇ ਉਹਦੇ ਨੂੰ ਜਸਟੀਫਿਕੇਸ਼ਨ ਚਾਹੀਦੀ ਹੁੰਦੀ। ਬਿਲਕੁਲ, ਵੀ ਉਹਨੂੰ ਇਹ ਆਪਣੇ ਦਿਮਾਗ ਦੇ ਵਿੱਚ ਵੀ ਤੇ ਹੋਰਨਾਂ ਕੋਲੇ ਵੀ ਜਸਟੀਫਾਈ ਕਰਨਾ ਪੈਂਦਾ ਵੀ ਮੈਂ ਕਿਉਂ ਕਰਨ ਲੱਗਿਆ ਜਾਂ ਮੈਂ ਕਿਉਂ ਕੀਤਾ। ਸਹੀ ਗੱਲ। ਇਹ ਉਹ ਕੰਮ ਆ ਜਿਹੜੀ ਤੁਸੀਂ ਆ ਡਿਸਕ੍ਰਾਈਬ ਕਰ ਰਹੇ ਨਾ, ਵੀ ਇਹ ਜਿਹੜੇ ਅਪਗ੍ਰੇਡ ਆ ਵੀ ਉੱਥੇ ਬਹਿ ਕੇ ਤੇ ਬਕਵਾਸ ਜਿਹੜੀ ਕਰਦੇ ਆ ਜੀ, ਵੀ ਅਸਲ ਦੇ ਵਿੱਚ ਵੀ ਇਹਨਾਂ ਨੂੰ ਪਤਾ ਆ ਵੀ ਕੰਮ ਘਟੀਆ ਕਰਨ ਲੱਗੇ ਆ, ਸੋ ਉਹਦੇ ਲਈ ਜਸਟੀਫਿਕੇਸ਼ਨ ਆ ਜਿਹੜੀਆਂ ਉਹ ਲੱਭਦੇ ਆ। ਜਦੋਂ ਕਿਸੇ ਨੇ ਚੰਗਾ ਕੰਮ ਕਰਨਾ ਹੋਵੇ ਉਹਨੂੰ ਜਸਟੀਫਾਈ ਥੋੜੀ ਕਰਨਾ ਪੈਂਦਾ, ਨਹੀਂ ਕਰਨਾ ਪੈਂਦਾ। ਜਿੱਦਾਂ ਹੁਣ ਉਹ ਜਿਹੜਾ ਆਪਣਾ ਰਵੀ ਸਿੰਘ ਆ ਜੀ, ਉਹ ਲੰਗਰ ਲਾਉਣ ਲਈ ਉਹਨੂੰ ਜਸਟੀਫਾਈ ਥੋੜੀ ਕਰਨਾ ਪੈਂਦਾ ਵੀ ਕੋਈ ਜਸਟੀਫਿਕੇਸ਼ਨ ਦੇਣੀ ਪਵੇ ਕਿ ਮੈਂ ਕਰ ਰਿਹਾ ਜਾਂ ਵੀ ਮੈਂ ਇਸ ਕਰਕੇ ਕਰਨ ਲੱਗਿਆ ਜੀ। ਬਿਲਕੁਲ ਨਹੀਂ, ਤਦੀ ਕਰ ਰਿਹਾ ਆਪਣਾ। ਸਹੀ ਗੱਲ ਹੈ ਜੀ। ਨਹੀਂ, ਤਦੀ ਆਪਾਂ ਕਹਿੰਦੇ ਨਾ ਕਿ ਜਿਹੜੇ ਇਹਦੇ ਮਗਰ ਲੱਗੇ ਆ, ਜਿਹੜੇ ਵੀਰ ਭੈਣੇ ਦੇ ਮਗਰ ਲੱਗੇ ਆ, ਉਹ ਬੇਨਤੀ ਕਰਕੇ ਕਿਰਪਾ ਕਰਕੇ ਆਪਣਾ ਗਿਆਨ ਦਾ ਪੱਧਰ ਚੱਕੋ। ਜਦੋਂ ਇਹ ਚੀਜ਼ਾਂ ਜੇ ਇੱਕ ਨੌਨ ਸਿੱਖ ਇੱਕ ਨੌਨ ਇੰਡੀਅਨ ਸਮਝ ਰਿਹਾ ਹੈ, ਤੇ ਤੁਸੀਂ ਸਿੱਖਾਂ ਘਰ ਜੰਮੇ ਆ। ਜਦੋਂ 5 ਕਕਾਰਾਂ ਦੀ ਇਹ ਬੇਦਬੀ ਕਰਦੇ ਨੇ, ਜਦੋਂ ਇਹ ਕਹਿੰਦੇ ਨੇ ਕਿ ਇਹ ਸਾਡੇ ਗਲ ਦੇ ਵਿੱਚ ਪਾਏ ਗਏ ਨੇ, ਇਹਨਾਂ ਕਰਕੇ ਸਾਡੀ ਤਰੱਕੀ ਰੁਕੀ ਹੋਈ ਹੈ, ਤੇ ਉਹਦੇ ਵਿੱਚ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਤੁਹਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ। ਮਤਲਬ ਭਾਈ ਵੀ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਨੇ, ਆਪਣੀਆਂ ਜਿਹੜੀਆਂ ਘਟੀਆ ਰੀਝਾਂ ਨੇ, ਉਹਦੇ ਲਈ ਉਹ ਤੁਹਾਨੂੰ ਆਪਣੇ ਨਾਲ ਖੜਾ ਕਰਕੇ ਤੇ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ। ਬਿਲਕੁਲ ਨਹੀਂ, ਹੁਣ ਇਹਨੇ ਹਰਨੇਕ ਨੇ ਕੜਾ ਲਾ ਕੇ ਬ੍ਰੈਸਲੇਟ ਪਾ ਲਿਆ, ਉਹਦਾ ਕੀ ਤੂੰ ਦੱਸਣਾ ਚਾਹੁੰਦਾ ਹੈ? ਤੂੰ ਭਾਵੇਂ ਨੱਥ ਪਾ ਭਾਈ, ਤੂੰ ਨੱਥ ਪਾ ਲਾ, ਤੂੰ ਗਲ ਦੇ ਵਿੱਚ ਕੁਝ ਹੋਰ ਪਾ ਕੇ ਪੱਟਾ ਪਾ ਲਾ, ਕਿਸੇ ਪੱਟਾ ਤੇ ਪਾਇਆ ਹੀ ਹੋਇਆ, ਦਿਖਾ ਦੇ ਕਿ ਕਿਹੜਾ ਪੱਟਾ ਪਾਇਆ। ਤੇ ਹੈ ਨਾ ਜੀ, ਉਹਦੇ ਨਾਲ ਤੁਸੀਂ ਜਦੋਂ ਤੁਸੀਂ ਗੱਲ ਇਹ ਹੈ ਕਿ ਮਤਲਬ ਮੁੱਖ ਦੀ ਗੱਲ ਹੈ, ਜੇ ਤੁਹਾਨੂੰ 5 ਕਕਾਰਾਂ ਦੀ ਅਹਿਮੀਅਤ ਨਹੀਂ ਪਤਾ ਜਾਂ ਤੁਸੀਂ ਨਹੀਂ ਪਾਣਾ ਚਾਹੁੰਦੇ, ਤੁਸੀਂ ਲਾ ਕੇ ਪਰੇ ਕਰ ਦੋ। ਤੁਸੀਂ ਨਾ ਪਾਓ, ਕਿਸੇ ਨੇ ਮਜਬੂਰ ਕੀਤਾ। ਜਦੋਂ ਤੁਸੀਂ ਬੇਦਬੀ ਕਰੋਗੇ ਫਿਰ ਗੱਲ ਗੜਬੜ ਹੈ ਨਾ, ਫਿਰ ਉੱਥੇ ਗੱਲ ਖਰਾਬ ਹੋ ਜਾਂਦੀ ਹੈ ਨਾ। ਫਿਰ ਜਦੋਂ ਤੁਹਾਨੂੰ ਹੁਣ ਆਵਾ ਜਵਾਬ ਦਿੱਤੇ ਜਾਂਦੇ, ਫਿਰ ਤੁਸੀਂ ਉਹਨਾਂ ਬੰਦਿਆਂ ਨੂੰ ਬੇਇੱਜ਼ਤ ਕਰਦੇ ਆ ਆਪਣੇ ਪ੍ਰੋਗਰਾਮਾਂ ਰਾਹੀਂ, ਤੇ ਫਿਰ ਬਾਅਦ ਚ ਤੁਸੀਂ ਪਿੱਟ ਸਿਆਪਾ ਕਰਦੇ ਕਿ ਆ ਕੀ ਹੋ ਗਿਆ। ਗੱਲ ਇਹ ਵੀ ਆ ਸੋਚਣੇ ਵਾਲੀ ਵੀ ਜਿਹੜੀ ਫਰੀडम ਆਫ ਸਪੀਚ ਕਹਿੰਦੇ ਆ ਇੱਥੇ, ਜੇ ਕੋਈ ਅਸਾਈ 5 ਕਕਾਰਾਂ ਦੇ ਬਾਰੇ ਬਕਵਾਸ ਕਰੇ ਤੇ ਇੱਥੇ ਦਾ ਲਾਅ ਜਿਹੜਾ ਉਹਨੂੰ ਅਲਾਉ ਨਹੀਂ ਕਰਦਾ। ਪਰ ਜਿਹੜਾ ਇਹੋ ਜਿਹਾ ਬੇਈਮਾਨ ਤੇ ਘਟੀਆ ਕਿਸਮ ਦਾ ਬੰਦਾ ਬਹਿ ਕੇ ਬਕਵਾਸ ਕਰ ਰਿਹਾ ਆ, ਤੇ ਇਹ ਉਸੇ ਚੀਜ਼ ਦਾ ਹੀ ਲਾਹਾ ਲੈ ਰਿਹਾ ਵੀ ਜਦੋਂ ਅਖੇ ਵੀ ਜਾ ਕੇ ਕਹਿੰਦੇ ਆ ਵੀ ਜੀ ਇਹ ਤੇ ਧਰਮ ਦੇ ਵਿੱਚ ਵੀ ਇਹ ਇੰਟਰਪ੍ਰੀਟੇਸ਼ਨ ਦਾ ਫਰਕ ਆ, ਵੀ ਉਹ ਜਿਹੜੇ ਉਹ ਕੱਟੜਵਾਦੀ ਨੇ, ਅਸੀਂ ਜਿਹੜੇ ਆ ਵੀ 21ਵੀਂ ਸਦੀ ਦੇ ਵਿੱਚ ਅਸੀਂ ਲਿਜਾਉਣਾ ਚਾਹੁੰਦੇ ਆ ਜਿਹੜਾ ਭਿੰਦੇ ਵਰਗਾ ਬਕਵਾਸ ਕਰਦਾ। ਆਹੋ ਭਿੰਦੇ ਭਾਈ ਕੋਈ ਸ਼ਰਮ ਕਰੋ, ਕੋਈ ਮਤਲਬ ਭਈ ਮਾੜੀ ਮੋਟੀ ਇਮਾਨਦਾਰੀ ਜਿਹੜੀ ਆ ਵੀ ਉਹਦੇ ਲਾਗਿਓਂ ਦੀ ਲੰਘ ਜਾਓ ਇਮਾਨਦਾਰੀ ਦੇ, ਸ਼ਾਇਦ ਤੁਹਾਡੇ ਤੇ ਅਸਰ ਕਰ ਜਾਵੇ ਕੁਛ। ਬਿਲਕੁਲ ਇੰਨੇ ਬੇਈਮਾਨ ਬੰਦੇ ਨੇ ਇਹ ਵੀ ਮਤਲਬ ਬਹਿ ਕੇ ਤੇ ਝੂਠ ਬੋਲਦੇ ਆ, ਮਤਲਬ ਝੂਠ ਬੋਲ ਕੇ ਫਿਰ ਤੁਸੀਂ ਆਪਣੇ ਨੂੰ ਜਸਟੀਫਾਈ ਕਰਦੇ ਆ, ਝੂਠ ਬੋਲ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਤੁਹਾਨੂੰ ਸਹੀ ਗੱਲ ਹੈ ਭਾਈ, ਇਹਨਾਂ ਨੂੰ ਮਾੜੀ ਮੋਟੀ ਤਾਂ ਸ਼ਰਮ ਰੱਖਣੀ ਚਾਹੀਦੀ ਆ ਭਾਈ। ਬਾਕੀ ਉਹੀ ਆ ਵੀ ਜੇ ਉਹ ਬਸ਼ਰਮਾ ਨਾਲ ਪਾਲਾ ਪੈ ਜਾਵੇ ਤੇ ਫਿਰ ਉਹਦਾ ਇਲਾਜ ਤੇ ਇਹੀ ਆ ਵੀ ਜਿਹੜਾ ਆਪਾਂ ਹੁਣੇ ਕਿਹਾ ਹੈਗਾ ਵੀ ਹਰੇਕ ਬੰਦਾ ਆਪਣਾ ਜਿਹੜਾ ਗਿਆਨ ਦਾ ਪੱਧਰ ਆ ਵੀ ਉਹ ਤਰੱਕੀ ਕਰੇ, ਉਹਨੂੰ ਉੱਚਾ ਚੱਕੇ। ਬਿਲਕੁਲ ਜੀ। ਤੇ ਤਾਂ ਹੀ ਇਹੋ ਜਿਹੇ ਜਿਹੜੇ ਆ ਵੀ ਇਹਨਾਂ ਦੇ ਚੰਗਲ ਚੋਂ ਤੁਸੀਂ ਬਾਹਰ ਆ ਸਕਦੇ ਆ। ਸਹੀ ਗੱਲ ਹੈ, ਨਹੀਂ ਤਾਂ ਆਪਣਾ ਵੀ ਨੁਕਸਾਨ ਕਰੋਗੇ ਤੇ ਬਾਕੀਆਂ ਦਾ ਵੀ ਨੁਕਸਾਨ ਕਰੋਗੇ। ਨਹੀਂ ਬਿਲਕੁਲ ਭਾਜੀ, ਜਦੋਂ ਤੁਸੀਂ ਆਪਣਾ ਨੁਕਸਾਨ ਕਰਨਾ ਆ, ਆਪਣੇ ਨਾਲ ਤੁਸੀਂ ਆਪਣੇ ਬੱਚਿਆਂ ਦਾ ਵੀ ਨੁਕਸਾਨ ਕਰਨਾ ਹੈ। ਜਿਹੜੀ ਮੰਨ ਲਓ ਵੀ ਸਰੀਰ ਦਾ ਇੱਕ ਅੰਗ ਜਿਹੜਾ ਆ ਵੀ ਜੇ ਉਹਨੂੰ ਨੁਕਸਾਨ ਹੁੰਦਾ, ਸਾਰੇ ਸਰੀਰ ਦਾ ਨੁਕਸਾਨ ਹੁੰਦਾ। ਸੋ ਭਾਵੇਂ ਉਹ ਤੁਹਾਡਾ ਨੁਕਸਾਨ ਹੋਵੇ, ਸਾਰੀ ਕੌਮ ਦਾ ਨੁਕਸਾਨ ਹੋਣਾ ਹੀ ਹੋਣਾ ਹੈ। ਬਿਲਕੁਲ ਜੀ। ਸੋ ਇਸ ਕਰਕੇ ਵੀ ਇਹ ਚੀਜ਼ਾਂ ਦਾ ਧਿਆਨ ਰੱਖੀਏ ਆਪਾਂ। ਸਹੀ ਗੱਲ ਹੈ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ ਭਾਜੀ, ਫਿਰ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਤੇ ਅਗਲੇ ਹਫਤੇ ਫਿਰ ਇਸੇ ਹੀ ਤਰ੍ਹਾਂ ਇਸੇ ਕਿਤਾਬ ਨੂੰ ਅੱਗੇ ਆਪਾਂ ਕੰਟੀਨਿਊ ਪੜ੍ਹਾਂਗੇ। ਤੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਸਾਡੇ ਦੋਹਾਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।